नीले कार्ड बंद पे है कि गल बादल साहब की फोटो तो प्रॉब्लम सी या फिर सिस्टम तो उस तो प्रॉब्लम सी जो थोनू ठीक नहीं लग्या? फोटो हैगी ਉਹਦੇ ਤੇ कैप्टन साहब ਦੀ ਜਾਂ ਕਿਸੇ ਹੋਰ ਦੀ ਜਾਂ ਰਾਹੁਲ ਗਾਂਧੀ ਦੀ? फोटो होना या ना होना कोई वड्डी गल नहीं है। फोटोआं उदों हुंदियां सी जदों साइकिलां ते एंबूलेंसां ते कैप्टन साहब फोटोआं 'च घੱਟ विश्वास रखते हैं कि फोटो का कल्चर अपोजिशन पार्टियां का फैलाया हुआ है। जदों असीं साडे सीएम साहब ਅਸੀਂ ਜਾ ਕਹਿੰਦੇ ਸੀ ਵੀ ਸਾਡੇ ਕੋਲ ਇੰਨਾ ਅਨਾਜ ਪਿਆ ਹੈ, ਤੁਸੀਂ ਇਹਨਾਂ ਨੂੰ ਮੂਵ ਕਰਾ ਲਓ, ਤੇ ਸੈਂਟਰ ਗਵਰਨਮੈਂਟ ਧਿਆਨ ਨਹੀਂ ਸੀ ਦਿੰਦੀ। ਉਹ ਕਹਿੰਦੇ ਕਿ ਬੀਜ ਘੁਟਾਲਾ ਕਰਨ ਵਾਲੀ ਸਰਕਾਰ ਹੈ। ਸਾਡੇ ਤੇ ਕਾਊਂਟਰ ਇਹ ਸਵਾਲ ਕਰਦੀ ਹੈ ਇਹਨਾਂ ਗੱਲਾਂ ਦੇ। ਬੀਜ ਘੁਟਾਲਾ ਕੀ ਹੈ ਜੀ? ਘੁਟਾਲਾ ਫੜਨਾ ਕਾਬਲੀਅਤ ਹੈ ਜਾਂ ਘੁਟਾਲੇ ਹੁੰਦੇ ਰਹਿਣਾ ਕਾਬਲੀਅਤ ਹੈ? ਸਰਕਾਰ ਦੀ ਨੱਕ ਹੇਠ ਜ਼ਹਿਰੀਲੀ ਸ਼ਰਾਬ ਵਿਕਦੀ ਰਹੀ, ਬੰਦੇ ਮਰ ਗਏ, ਇਹ ਵੀ ਕਾਬਲੀਅਤ ਹੈ ਮੰਤਰੀ ਜੀ? ਪਰ ਭਾਸ਼ਾ ਦੀ ਮਰਿਆਦਾ ਕਿਉਂ ਨਹੀਂ ਹੈ? बहुत सारे विधायकों ने डिसेंट दिखाया, वो भी अपनी मर्यादा गवा गए। उस तो बाद चन्नी जी होरां वाला इशू होया, हुण शकुनी मामा वर्गे शब्द वरते गए। देखो तुसीं बड़े मन पा गए साहब कि पलड़ा भारी देखा जाता है? नहीं पलड़े इधर पलड़ा भारी है, कैप्टन खेमे का पलड़ा भारी है, तो सारी कैबिनेट के बंदे उधर रहणगे। ये डेमोक्रेसी नवजोत सिद्धू वारी क्यों नहीं सी? नवजोत सिद्धू जी नूं जिन्ना मौका मिलिया जांदा सीगा अंदर बोलण दा, जिन्ना ज़्यादा उन्हां दे मुताबिक कैबिनेट चलदी सी, कदी भी नहीं सी चलदी। ਤੁਹਾਡੇ ਤੋਂ ਜਿਹੜੇ ਪੁਰਾਣੇ ਵਿਧਾਇਕ ਲੁਧਿਆਣੇ 'ਚ ਸੀਗੇ ਉਹ ਨਹੀਂ ਮਹਿਸੂਸ ਕਰਦੇ, ਉਹ ਕਹਿੰਦੇ ਸਾਨੂੰ ਤਾਂ ਮੌਕਾ ਨਹੀਂ ਮਿਲਿਆ। ਅਸੀਂ ਤੁਹਾਨੂੰ ਪ੍ਰੈਸ਼ਰਾਈਜ਼ ਕਰਦੇ ਹਾਂ, ਲੋਕ ਸਾਨੂੰ ਪ੍ਰੈਸ਼ਰਾਈਜ਼ ਕਰਦੇ ਕਿ ਪੁੱਛੋ ਜਾ ਕੇ ਮੰਤਰੀ ਸਾਹਿਬ ਨੂੰ ਕਿ ਕਦੋਂ ਵਾਅਦਾ ਪੂਰਾ ਕਰੋਗੇ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ, ਮੈਂ ਹਾਂ ਸਿਮਰਨਜੋਤ ਸਿੰਘ ਮੱਕੜ। ਸਮਾਰਟਫੋਨ ਦਾ ਵਾਅਦਾ ਸਰਕਾਰ ਪੂਰਾ ਕਰਨ ਜਾ ਰਹੀ ਹੈ, ਪਰ ਹੋਰ ਬਹੁਤ ਸਾਰੇ 9 ਨੁਕਤੇ ਦਿੱਤੇ ਸੀ ਕੈਪਟਨ ਸਰਕਾਰ ਨੇ ਸਰਕਾਰ ਬਣਨ ਤੋਂ ਪਹਿਲਾਂ, ਕਾਂਗਰਸ ਪਾਰਟੀ ਨੇ ਕਹਿ ਸਕਦੇ ਹਾਂ। ਉਹਨਾਂ 'ਚੋਂ ਇੱਕ ਫੂਡ ਸਪਲਾਈ ਮਹਿਕਮੇ ਦੇ ਨਾਲ ਵੀ ਜੁੜਿਆ ਸੀ ਕਿ ਅਸੀਂ ਲੋਕਾਂ ਨੂੰ ਜਿੱਥੇ ਆਟਾ ਦਾਲ ਦਿੰਨੇ ਆ ਉੱਥੇ ਪੱਤੀ ਦੇਵਾਂਗੇ, ਖੰਡ ਦੇਵਾਂਗੇ। ਘਿਓ ਦੀ ਵੀ ਗੱਲ ਚੱਲ ਪਈ ਸੀ ਇੱਕ ਵਾਰੀ ਕਿ ਘਿਓ ਵੀ ਦੇਵਾਂਗੇ। ਸਾਡੇ ਨਾਲ ਸੂਬੇ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਨੇ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਸ਼ੂ ਜੀ, ਸਮਾਰਟਫੋਨ ਤਾਂ ਦੇ ਰਹੇ ਹੋ, ਬਾਕੀ ਤੁਹਾਡੇ ਮਹਿਕਮੇ ਨਾਲ ਸੰਬੰਧਿਤ ਚੀਜ਼ਾਂ ਹੈ, ਲੋਕ ਬੜੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹੈ ਜੀ। ਜਿਸ ਤਰੀਕੇ ਪਹਿਲਾਂ ਵੀ ਇੱਕ ਦੋ ਵਾਰੀ ਮੇਰੇ ਤੋਂ ਪੁੱਛਿਆ ਜਾ ਚੁੱਕਿਆ ਇਸ ਬਾਰੇ ਵੀ ਕਦੋਂ ਤੁਹਾਡਾ ਉਹ ਵਾਅਦਾ ਪੂਰਾ ਹੋਏਗਾ। ਫੂਡ ਡਿਪਾਰਟਮੈਂਟ ਵੱਲੋਂ ਸਾਰੀ ਤਿਆਰੀ ਆ। ਅਸੀਂ ਰਾਦਰ ਫਾਈਲ ਬਣਾ ਕੇ ਮੂਵ ਵੀ ਕਰਤੀ ਜਿਹੜੀ ਐਫਡੀ ਕੋਲ ਪੈਂਡਿੰਗ ਪਈ ਸੀ। ਜਿਸ ਤਰੀਕੇ ਵਿੱਤੀ ਹਾਲਾਤ ਬਣਦੇ ਜਾ ਰਹੇ ਆ ਸਰਕਾਰ ਦੇ, ਸਰਕਾਰ ਆਪਣੇ ਸਾਰੇ ਵਾਅਦੇ ਪੂਰੇ ਕਰਦੀ ਜਾ ਰਹੀ ਨਾਲ ਦੀ ਨਾਲ। ਉਸੇ ਤਰੀਕੇ ਇਹ ਵੀ ਇੱਕ ਬਹੁਤ ਵੱਡਾ ਵਾਅਦਾ ਸੀਗਾ। ਸਭ ਤੋਂ ਪਹਿਲਾਂ ਤਾਂ ਫੂਡ ਡਿਪਾਰਟਮੈਂਟ ਨੇ ਜਿਹੜੀ ਡਿਸਟ੍ਰੀਬਿਊਸ਼ਨ ਸੀਗੀ ਉਹਨੂੰ ਬਹੁਤ ਸਟ੍ਰੀਮਲਾਈਨ ਕੀਤਾ। ਅਸੀਂ ਪੌਜ਼ ਮਸ਼ੀਨਾਂ ਇੰਟਰੋਡਿਊਸ ਕਰੀਆਂ, ਜਿਹੜੇ ਬੈਨੀਫੀਸ਼ਰੀਜ਼ ਸੀਗੇ ਉਹਨਾਂ ਨੂੰ ਵੈਰੀਫਾਈ ਕਰਿਆ, ਜਿਹੜੇ ਗੋਸਟ ਬੈਨੀਫੀਸ਼ਰੀ ਸੀਗੇ ਉਹਨਾਂ ਨੂੰ ਇੱਕ ਵਾਰ ਬਾਹਰ ਕੱਢਿਆ। ਜਦੋਂ ਪੌਜ਼ ਮਸ਼ੀਨਾਂ 'ਤੇ ਸਾਰੀ ਡਿਸਟ੍ਰੀਬਿਊਸ਼ਨ ਹੋਈ, ਪੌਜ਼ ਮਸ਼ੀਨਾਂ 'ਤੇ ਜਦੋਂ ਬੈਨੀਫੀਸ਼ਰੀ ਅੰਗੂਠਾ ਲਗਾ ਕੇ ਰਾਸ਼ਨ ਲੈ ਕੇ ਜਾਂਦਾ ਸੀਗਾ ਤਾਂ ਜਿਹੜਾ ਗੋਸਟ ਬੈਨੀਫੀਸ਼ਰੀ ਸੀਗਾ ਉਹ ਆਪਣੇ ਆਪ ਬਾਹਰ ਰਹਿ ਜਾਂਦਾ ਸੀ, ਕਿਉਂਕਿ ਬਗੈਰ ਤੁਹਾਡੇ ਅਥੈਂਟੀਕੇਸ਼ਨ 'ਤੇ ਤੁਹਾਨੂੰ ਰਾਸ਼ਨ ਨਹੀਂ ਸੀ ਮਿਲਣਾ। ਤਾਂ ਉਹਦੇ ਵਿੱਚ ਵੀ ਜਿਹੜੀਆਂ ਲਾਸਟ 3 ਟ੍ਰਾਂਜੈਕਸ਼ਨਸ ਹੋਈਆਂ 6 ਮਹੀਨੇ ਦੀਆਂ, ਉਹਦੇ ਵਿੱਚ 88% ਤੋਂ ਜ਼ਿਆਦਾ ਸਾਡੀ ਡਿਸਟ੍ਰੀਬਿਊਸ਼ਨ ਹੋ ਹੀ ਨਹੀਂ ਪਾਈ। ਜਿਹੜੀ ਪਹਿਲਾਂ 100% ਦੇ ਕਰੀਬ ਹੁੰਦੀ ਸੀ ਤਾਂ ਉਹ 12% ਦਾ ਐਡਾ ਵੱਡਾ ਫਰਕ ਆਇਆ। ਅਸੀਂ ਫਿਰ ਉਹ ਨੌਨ ਐਗਜ਼ਿਸਟੈਂਟ ਜਿਹੜੇ ਸੀਗੇ ਬੈਨੀਫੀਸ਼ਰੀ ਉਹਨਾਂ ਨੂੰ ਅਲੱਗ ਕੈਟਾਗਰੀ ਬਣਾ ਕੇ ਪਾਇਆ, ਅਤੇ ਹੋਰ ਜਿਹੜੇ ਪਰਿਵਾਰ ਸੀਗੇ ਜਿਹੜੇ ਲੋੜਵੰਦ ਸੀਗੇ, ਜਿਹੜੇ ਵਾਕਈ ਆਉਣੇ ਚਾਹੀਦੇ ਸੀ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਦੇ ਤਹਿਤ ਵੀ ਫਾਰਮ ਲੋਕ ਦੇ ਰਹੇ ਸੀਗੇ, ਅਤੇ ਉਹ ਵੀ ਜੋੜੇ ਇਸ NFSA ਦੇ ਵਿੱਚ ਪਰਿਵਾਰ। ਅਤੇ ਹੁਣ ਤਕਰੀਬਨ ਸਾਡੀ ਆ ਦੁਬਾਰਾ ਡਿਸਟ੍ਰੀਬਿਊਸ਼ਨ ਚਾਲੂ ਹੋ ਗਈ ਹੈ। ਪੌਜ਼ ਮਸ਼ੀਨਾਂ ਨਾਲ ਕਾਫੀ ਫਾਇਦਾ ਮਿਲਿਆ, ਐਂਡ ਟੂ ਐਂਡ ਕੰਪਿਊਟਰਾਈਜੇਸ਼ਨ ਹੋ ਗਈ। ਅਤੇ ਉਸ ਤੋਂ ਬਾਅਦ ਜਿਹੜਾ ਇਹਦਾ ਸੈਕਿੰਡ ਪਾਰਟ ਸੀਗਾ ਬਈ ਚਾਹ ਪੱਤੀ ਅਤੇ ਖੰਡ ਅਸੀਂ ਵੰਡਣੀ ਹੈ ਸਰਕਾਰ ਨੇ ਆਉਣ ਤੋਂ ਬਾਅਦ, ਅਤੇ ਉਹ ਸਾਡੇ ਵੱਲੋਂ ਅਸੀਂ ਬਣਾ ਕੇ ਭੇਜ ਦਿੱਤੀ ਹੋਈ ਹੈ। ਬੜੀ 3.5 ਸਾਲ ਆਲਮੋਸਟ ਟੱਪ ਗਏ ਆਸ਼ੂ ਜੀ। ਕੀ ਇਲੈਕਸ਼ਨਸ ਤੋਂ ਜਸਟ ਪਹਿਲਾਂ ਲੋਕਾਂ ਨੂੰ ਦੇ ਕੇ ਫਿਰ ਉਹ ਪੋਪੂਲਿਜ਼ਮ ਜਿਵੇਂ ਹੁੰਦਾ ਹੈ ਕਿ ਪੋਪੂਲਿਸਟ ਵਾਅਦੇ ਕਰਕੇ ਸਰਕਾਰ ਬਣਾ ਲਈ ਜਾਂਦੀ ਹੈ? ਤੁਸੀਂ ਜਿਸ ਤਰੀਕੇ ਮਰਜ਼ੀ ਸਮਝ ਸਕਦੇ ਹੋ, ਪਰ ਬਹੁਤ ਵੱਡਾ ਵਾਅਦਾ ਜਿਹਨੇ ਬਹੁਤ ਵੱਡਾ ਸਰਮਾਇਆ ਵਰਤਿਆ ਵੀ ਤੁਸੀਂ ਉਹਨੂੰ ਭੁੱਲ ਜਾਂਦੇ ਹੋ। ਵੀ ਕਿਸਾਨਾਂ ਦਾ ਕਰਜ਼ਾ ਮਾਫੀ ਕੀਤੀ, 4 ਫੇਜ਼ਿਸ 'ਚ ਕਰਜ਼ਾ ਮਾਫੀ ਹੋਈ, ਤਕਰੀਬਨ 5000 ਕਰੋੜ ਤੋਂ ਉੱਤੇ ਦੇ ਕਿਸਾਨਾਂ ਦੇ ਕਰਜ਼ੇ ਮਾਫ ਹੋਏ। ਉਹ ਸਾਰੇ ਭੁੱਲ ਜਾਂਦੇ ਆ ਵੀ ਆਉਂਦਿਆਂ ਉਦੋਂ
ਕੋਈ ਪਾਪੂਲਿਸਟ ਮੈਜਰ ਦੀ ਤਾਂ ਨਹੀਂ ਜ਼ਰੂਰਤ ਸੀ। ਉਦੋਂ ਸਭ ਤੋਂ ਪਹਿਲਾਂ ਮੈਨੀਫੈਸਟੋ ਮੂਹਰੇ ਰੱਖਿਆ ਗਿਆ, ਵਾਅਦਿਆਂ ਨੂੰ ਮੂਹਰੇ ਰੱਖ ਕੇ ਵਾਅਦੇ ਕਿਵੇਂ ਕਿਵੇਂ ਪੂਰੇ ਕਰਨੇ ਆ ਉਹਦੇ ਵੱਲ ਨੂੰ ਤੁਰ ਪਏ। ਸਭ ਤੋਂ ਵੱਡਾ ਵਾਅਦਾ ਸੀਗਾ ਵੀ ਅਸੀਂ ਪੰਜਾਬ ਦੀ ਜਿਹੜੀ ਆਰਥਿਕਤਾ ਉਹ ਲੀਹ ਤੇ ਲਿਆਵਾਂਗੇ, ਤੇ ਜੋ ਮਿਹਨਤ ਕਰੀ ਫਾਈਨੈਂਸ ਮਿਨਿਸਟਰ ਨੇ ਉਹਦੇ ਪਿੱਛੇ ਜਿਨ੍ਹਾਂ ਨੇ ਬਦਨਾਮੀ ਵੀ ਸਹੀ ਬਹੁਤ, ਤੇ ਮਾਰਚ 'ਚ ਇੰਨਾ ਵਧੀਆ ਬਜਟ ਦਿੱਤਾ, ਤੇ ਜਿਹਦੇ ਬਾਅਦ ਉਮੀਦ ਪੈਦਾ ਹੋ ਗਈ ਸੀ ਵੀ ਇਸ ਅਗਲੇ 2 ਸਾਲ ਬਹੁਤ ਵਧੀਆ ਲੱਗਣਗੇ ਔਰ ਪੰਜਾਬ ਦੇ ਲੋਕਾਂ ਨੂੰ ਜੋ ਉਹਨਾਂ ਨਾਲ ਵਾਅਦਾ ਕੀਤਾ ਉਹ ਪੂਰਾ ਕਰਨ। ਪਰ ਅਨਫੋਰਚੂਨੇਟਲੀ ਕੋਵਿਡ ਆ ਗਿਆ, ਕਰੋਨਾ ਆ ਗਿਆ, ਉਹਦੇ ਬਾਅਦ ਇੱਕੋ ਦਮ ਸਾਰੀ ਇਕਨੋਮਿਕ ਪੋਜੀਸ਼ਨ ਫਿਰ ਸਾਰੀ ਇਕੱਲੀ ਪੰਜਾਬ ਸਟੇਟ ਦੀ ਨਹੀਂ, ਸਾਰੇ ਸਟੇਟਾਂ ਦੀ ਔਰ ਈਵਨ ਨੈਸ਼ਨਲ ਲੈਵਲ ਤੇ, ਤੁਸੀਂ ਇੰਟਰਨੈਸ਼ਨਲ ਲੈਵਲ ਤੇ ਹੀ ਚਲੇ ਜਾਓ ਤਾਂ ਇਸ ਵੇਲੇ ਸਾਰੇ ਐਡਮਿਨਿਸਟ੍ਰੇਸ਼ਨਾਂ ਸਫਰ ਕਰ ਰਹੀਆਂ, ਫਾਈਨੈਂਸ਼ੀਅਲ ਪੋਜੀਸ਼ਨ ਬਹੁਤ ਅੱਗੇ ਨਾਲ। ਤੁਸੀਂ ਸਰਕਾਰ ਨੂੰ ਅਸੀਂ ਤੁਹਾਨੂੰ ਪ੍ਰੈਸ਼ਰਾਈਜ਼ ਕਰਦੇ ਹਾਂ, ਲੋਕ ਸਾਨੂੰ ਪ੍ਰੈਸ਼ਰਾਈਜ਼ ਕਰਦੇ ਕਿ ਪੁੱਛੋ ਜਾ ਕੇ ਮੰਤਰੀ ਸਾਹਿਬ ਨੂੰ ਕਿ ਕਦੋਂ ਵਾਅਦਾ ਪੂਰਾ ਕਰੋਗੇ। ਤੁਸੀਂ ਕੈਬਨਿਟ 'ਚ ਬੈਠਦੇ ਹੋ, ਸਰਕਾਰ ਨੂੰ ਪ੍ਰੈਸ਼ਰਾਈਜ਼ ਕਰੋ ਕਿ ਫਾਈਨੈਂਸਿਸ ਦਾ ਅਰੇਂਜਮੈਂਟ ਹੋਣਾ ਚਾਹੀਦਾ। ਫਾਈਨੈਂਸਿਸ ਦੇ ਜਿੱਦਾਂ ਅਰੇਂਜਮੈਂਟ ਹੁੰਦੇ, ਹੁਣ ਆ ਵੀ ਜਿਹੜਾ ਅੱਜ ਸਮਾਰਟਫੋਨ ਦਾ ਸੀਐਮ ਸਾਹਿਬ ਨੇ ਇਨੈਗੂਰੇਟ ਕਰਨਾ ਹੈ, ਵਾਅਦਾ ਪੂਰਾ ਕੀਤਾ ਹੈ, ਆਖਿਰ ਫਾਈਨੈਂਸਿਸ ਜਨਰੇਟ ਕੀਤੇ ਗਏ। ਅੱਜ ਸਭ ਤੋਂ ਪਹਿਲਾਂ ਸੀਗਾ ਹਰੇਕ ਬੰਦੇ ਦੀ ਜ਼ਰੂਰਤ ਜਿਹੜੀ ਸੀਗੀ ਬੇਸਿਕ ਜ਼ਰੂਰਤ ਉਹ ਪੂਰੀ ਕੀਤੀ ਜਾਏ। ਮੈਡੀਕਲ ਫੈਸਿਲਿਟੀ ਉਹਨਾਂ ਨੂੰ ਕਿਵੇਂ ਦੇਣੀ ਆ ਉਹਦੇ ਤੇ ਸਭ ਤੋਂ ਪਹਿਲਾਂ ਧਿਆਨ ਸੀਗਾ। ਜਦੋਂ ਕੋਵਿਡ ਦਾ ਲੋਕਡਾਊਨ ਸ਼ੁਰੂ ਹੋਇਆ ਔਰ ਇਹਨਾਂ ਨੇ ਪਹਿਲਾਂ ਐਂਟੀਸਪੇਟ ਕਰਿਆ, ਸਾਡੇ ਸੀਐਮ ਸਾਹਿਬ ਨੇ, ਇਹਨਾਂ ਨੇ ਪਹਿਲਾਂ ਤੋਂ ਹੀ ਕਰਫਿਊ ਵਗੈਰਾ ਲਗਾਉਣੇ ਸ਼ੁਰੂ ਕਰ ਦਿੱਤੇ। ਉਸ ਦੌਰਾਨ ਸਭ ਤੋਂ ਪਹਿਲਾਂ 10 ਲੱਖ ਕਿੱਟਾਂ ਅਨਾਉਂਸ ਕੀਤੀਆਂ, ਜਿਹੜੇ ਲੋੜਵੰਦ ਸੀਗੇ, ਜਿਹੜੇ ਗਰੀਬ ਤਬਕਾ ਸੀਗਾ, ਜਿਨ੍ਹਾਂ ਨੂੰ ਇੱਕੋ ਦਮ ਦਿਹਾੜੀ ਤੋਂ ਹਟ ਗਏ, 3000 ਉਹਨਾਂ ਦੇ ਖਾਤਿਆਂ 'ਚ ਪਾਏ, ਜਿਹੜੇ ਰਜਿਸਟਰਡ ਲੇਬਰਰ ਸੀਗੇ। ਜਿਹੜੇ ਇਹ ਸਟੈਪਸ ਲਿੱਤੇ ਗਏ, ਸਾਰੇ ਪੰਜਾਬ ਦੀ ਹਿੰਦੁਸਤਾਨ 'ਚ ਨਹੀਂ ਸਾਰੀ ਦੁਨੀਆ 'ਚ ਸ਼ਲਾਘਾ ਹੋਈ ਔਰ ਕਿਤੇ ਨਾ ਕਿਤੇ ਬਾਕੀ ਸਟੇਟਾਂ ਨੂੰ ਵੀ ਫੋਲੋ ਕਰਨਾ ਪਿਆ ਪੰਜਾਬ ਨੂੰ। ਤੇ ਜਿਸ ਤਰੀਕੇ ਲੋਕਡਾਊਨ ਰੱਖਿਆ, ਸਖਤੀ ਰੱਖੀ, ਪੰਜਾਬ ਦੇ ਵਿੱਚ ਕਰੋਨਾ ਦਾ ਅਸਰ ਹਾਲੇ ਵੀ ਬਾਕੀ ਸੂਬਿਆਂ ਨਾਲੋਂ ਘੱਟ ਆ, ਪਰ ਹੁਣ ਜਿਸ ਤਰੀਕੇ ਸ਼ੁਰੂ ਹੋ ਗਿਆ, ਕਿਉਂਕਿ ਆਵਾਜਾਈ ਸਾਰੇ ਹਿੰਦੁਸਤਾਨ ਦੀ ਖੁੱਲ ਗਈ, ਰਿਕਵਰੀ ਰੇਟ ਘਟਦਾ ਜਾ ਰਿਹਾ ਬਾਕੀ ਸੂਬਿਆਂ ਨਾਲੋਂ। ਸਾਡਾ ਰਿਕਵਰੀ ਰੇਟ ਤੁਸੀਂ ਦੇਖੋਗੇ ਅਗਲੇ ਦਿਨਾਂ 'ਚ, 2-4 ਦਿਨਾਂ 'ਚ, ਕਿਉਂਕਿ ਇੱਕੋ ਦਮ ਸਾਡੇ ਉਭਾਰ ਆਇਆ ਹਲੇ, ਹੁਣ ਇਹਨਾਂ ਦੀ ਰਿਕਵਰੀ ਹੋ ਕੇ ਵਾਪਸ ਜਾਣ ਲੱਗਣਾ ਤਾਂ ਸਾਡਾ ਰਿਕਵਰੀ ਰੇਟ ਵੀ ਅੱਗੇ ਨਿਕਲ ਜਾਣਾ। ਹਲੇ ਵੀ ਅਸੀਂ ਨੈਸ਼ਨਲ ਐਵਰੇਜ ਤੋਂ ਥੱਲੇ ਆ, ਸਾਡੇ ਕੋਲ ਜਿੰਨੇ ਕੇਸਿਸ ਆ ਰਹੇ ਆ ਅਸੀਂ ਹਲੇ ਵੀ ਕੰਟਰੋਲ ਕਰਕੇ ਰੱਖੇ ਹੋਏ, ਪਰ ਹੁਣ ਜ਼ਿਆਦਾ ਸਰਕਾਰਾਂ ਦਾ ਧਿਆਨ ਇਸ ਪਾਸੇ ਚਲਾ ਗਿਆ ਵੀ ਕਿਉਂਕਿ ਇਹ ਰੋਕਣ ਦੇ ਵਿੱਚ ਲੋਕਾਂ ਨੇ ਜਿੰਨੇ ਇੱਕ ਸਾਥ ਦੇਣਾ ਹੈ ਤਾਂ ਹੀ ਉਹਨਾਂ ਰੁਕ ਪਾਣਾ ਹੈ। ਅੱਜ ਲੋਕਾਂ ਨੇ ਇਹ ਸੋਚ ਲਿਆ ਵੀ ਅਸੀਂ ਮਤਲਬ ਖਮਨੀ ਕਰੋਨਾ ਖਤਮ ਹੀ ਹੋ ਗਿਆ, ਵੀ ਚਲੋ ਕੋਈ ਗੱਲ ਨਹੀਂ ਟਾਈਪ, ਜਿਸ ਤਰੀਕੇ ਪੰਜਾਬੀਆਂ ਦੀ ਮੈਂਟੈਲਿਟੀ ਰਹਿੰਦੀ ਹੈ। ਤੇ ਅੱਜ ਧਿਆਨ ਇਹ ਹੈ ਵੀ ਜਦੋਂ ਕੋਈ ਕਿਸੇ ਨੂੰ ਕਰੋਨਾ ਹੋ ਜਾਂਦਾ ਆ ਤੇ ਉਹਦੇ ਵਾਸਤੇ ਮੈਡੀਕਲ ਫੈਸਿਲਿਟੀਆਂ ਲੈਵਲ 1 ਲੈਵਲ 2 ਲੈਵਲ 3 ਦੀਆਂ ਪ੍ਰੋਪਰ ਹੋਣ, ਤਾਂ ਕਿ ਜਿਹੜੇ 1-2 ਮੰਦਭਾਗੇ ਕੇਸ ਵੀ ਆਏ ਇਹੋ ਜਿਹੀ ਕਿਤੇ ਰੈਪੂਟੇਸ਼ਨ ਨਾ ਹੋ ਪਾਏ। ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਇੱਥੇ ਦੀਆਂ IMAs ਵਗੈਰਾ ਨੇ ਤੇ ਜਿਹੜੇ ਚੈਰੀਟੇਬਲ ਹਸਪੀਟਲਸ ਨੇ ਕਾਫੀ ਹੱਦ ਤੱਕ ਕੈਪੈਸਿਟੀ ਇੰਪਰੂਵ ਕਰ ਲਈ ਆ। ਆਉਣ ਵਾਲੇ ਟਾਈਮ 'ਚ ਕਿਸੇ ਨੂੰ ਐਪ ਵੀ ਲਾਂਚ ਕਰ ਦਿੱਤੀ ਗਈ ਹੈ ਵੀ ਕੁਝ ਕਨਫਿਊਜ਼ਨ ਰਹਿੰਦੀ ਸੀ, ਸਾਰੇ DMC ਵੱਲ ਨੂੰ ਦੌੜਦੇ ਸੀ ਜਾਂ ਜਿਹੜੇ 2-3 ਹੋਰ ਹਸਪੀਟਲਸ ਨੇ ਉਹਨਾਂ ਵੱਲ ਜਾਂਦੇ ਸੀ, ਤੇ ਉਹਨਾਂ ਨੂੰ ਇਹ ਜ਼ਿਆਦਾ ਪਤਾ ਨਹੀਂ ਸੀ ਹੁੰਦਾ ਵੀ ਕਿੰਨੇ ਹੋਰ ਨਰਸਿੰਗ ਹੋਮ ਜਾਂ ਛੋਟੇ ਹਸਪੀਟਲ ਨਾਲ ਅਟੈਚ ਹੋ ਚੁੱਕੇ ਆ ਜਿਨ੍ਹਾਂ 'ਚ ਕਰੋਨਾ ਦਾ ਪੇਸ਼ੈਂਟ ਜਾ ਸਕਦਾ ਆ। ਨੀਲੇ ਕਾਰਡ ਬੰਦ ਪਏ ਹੈ, ਕੀ ਗੱਲ ਬਾਦਲ ਸਾਹਿਬ ਦੀ ਫੋਟੋ ਤੋਂ ਪ੍ਰੋਬਲਮ ਸੀ ਜਾਂ ਫਿਰ ਸਿਸਟਮ ਤੋਂ ਉਸ ਤੋਂ ਪ੍ਰੋਬਲਮ ਸੀ, ਜਾਂ ਉਹ ਤੁਹਾਨੂੰ ਠੀਕ ਨਹੀਂ ਲੱਗਿਆ? ਨਹੀਂ, ਐਸੀ ਕੋਈ ਗੱਲ ਨਹੀਂ। ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਇਹ ਵਾਅਦਾ ਸੀਗਾ, ਉਦੋਂ ਬਹੁਤ ਰੌਲਾ ਵੀ ਪੈਂਦਾ ਸੀ। ਜੇ ਤੁਸੀਂ ਰੀਕਾਲ ਕਰੋ, ਜੇ ਤੁਹਾਡੀ ਮੈਮਰੀ 'ਚ ਹੋਵੇ ਵੀ ਇਹ ਕਾਰਡ ਗਲਤ ਬਹੁਤ ਬਣੇ ਹੋਏ ਆ, ਤੇ ਉਹ ਸਾਬਤ ਵੀ ਕੀਤਾ। ਜਿਹੜੀ ਪਹਿਲੀ ਵੈਰੀਫਿਕੇਸ਼ਨ ਹੋਈ ਆ ਉਹਦੇ 'ਚ 2-2.5 ਲੱਖ ਕਾਰਡ ਕੈਂਸਲ ਹੋਏ, ਜਿਹੜੇ ਸੀਗੇ ਨਹੀਂ, ਐਗਜ਼ਿਸਟ ਨਹੀਂ ਸੀ ਕਰਦੇ, ਬੰਦੇ ਜਾਲੀ ਬੰਦਿਆਂ ਦੇ ਬਣੇ ਹੋਏ ਸੀਗੇ। ਉਸ ਤੋਂ ਬਾਅਦ ਈਪੋਜ਼ ਮਸ਼ੀਨਾਂ ਇੰਟਰੋਡਿਊਸ ਹੋਈਆਂ, ਤਾਂ ਮੈਂ ਤੁਹਾਨੂੰ ਦੱਸਿਆ ਵੀ 88% ਈਪੋਜ਼ ਮਸ਼ੀਨਾਂ ਦੇ ਵਿੱਚ ਨੈਸ਼ਨਲ ਪੋਰਟਲ ਤੱਕ ਲਿੰਕੇਜ ਹੈ। ਇੱਕ ਵੀ ਟ੍ਰਾਂਜੈਕਸ਼ਨ ਹੋਣੀ ਹੈ ਉੱਥੇ ਦਿੱਲੀ ਬੈਠੇ ਤੱਕ ਤੁਸੀਂ ਉਹਨੂੰ ਮੋਨੀਟਰ ਕਰ ਸਕਦੇ ਹੋ। ਉਹ ਸਾਰਿਆਂ ਵਾਸਤੇ ਤੁਸੀਂ ਆਪਣੇ ਟੈਲੀਫੋਨ 'ਚ ਉਹਨੂੰ ਅਪਲੋਡ ਕਰ ਸਕਦੇ ਹੋ ਔਰ ਜਦੋਂ ਮਰਜ਼ੀ ਟਾਈਮ ਕੱਢ ਕੇ ਦੇਖਦੇ ਤੁਹਾਨੂੰ ਦਿਨ ਦੀਆਂ ਜਿੰਨੀਆਂ ਟ੍ਰਾਂਜੈਕਸ਼ਨਾਂ ਹੁੰਦੀਆਂ ਨਜ਼ਰ ਆਉਣਗੀਆਂ। ਔਰ ਉਹ FPS ਲੈਵਲ ਤੇ, ਮਤਲਬ ਡੀਪੂ ਲੈਵਲ ਤੱਕ ਉਹਦੇ 'ਚ ਇਨਫੋਰਮੇਸ਼ਨ ਹੈ। ਤੁਸੀਂ ਲੁਧਿਆਣਾ ਖੋਲੋ, ਲੁਧਿਆਣੇ ਦੇ ਵਿੱਚ ਫਿਰ ਉਸ ਤੋਂ ਬਾਅਦ ਵਾਰਡ ਖੋਲ ਲਓ, ਵਾਰਡ 'ਚ ਜਿਹੜਾ ਡੀਪੂ ਖੋਲਣਾ ਉਹ ਖੋਲ ਲਓ, ਉਹਦੇ 'ਚ ਕਿੱਦਾਂ ਟ੍ਰਾਂਜੈਕਸ਼ਨ ਹੋ ਰਹੀ ਹੈ ਉਹ ਵੀ ਤੁਹਾਨੂੰ ਨਜ਼ਰ ਆਏਗੀ। ਇਹ ਐਂਡ ਟੂ ਐਂਡ ਕੰਪਿਊਟਰਾਈਜੇਸ਼ਨ ਅਸੀਂ ਡਿਸਟ੍ਰੀਬਿਊਸ਼ਨ 'ਚ ਕਰ ਦਿੱਤੀ ਤਾਂ ਕਿ ਕੋਈ ਵੀ
ਬੰਦਾ ਇਹਦੇ ਤੇ ਉਂਗਲ ਨਾ ਚੱਕ ਸਕੇ। ਜਿਹੜਾ ਪਹਿਲਾਂ ਨੀਲੇ ਕਾਰਡਾਂ ਦੇ ਟਾਈਮ ਤੇ ਹੁੰਦਾ ਸੀ, ਉਹ ਨੀਲੇ ਕਾਰਡ ਘਰੇ ਬੈਠੇ ਐਮਐਲਏ ਨੇ ਆਪ ਹੀ ਵੰਡੇ ਹੁੰਦੇ ਸੀ, ਆਪਣੇ ਸੀਰੀਆਂ ਦੇ ਨਾਂ ਉਹਨਾਂ ਦੇ ਕਟਾ ਕੇ ਰੱਖੇ ਹੋਏ ਬੰਦੇ ਐਗਜ਼ਿਸਟ ਨਹੀਂ ਸੀ ਕਰਦੇ, ਰਾਸ਼ਨ ਜਾਂਦਾ ਸੀਗਾ। ਉਹ ਜਿਹੜੀ ਲੀਕੇਜ ਸੀਗੀ ਉਹ ਅਸੀਂ ਬੰਦ ਕਰੀ। ਕੋਈ ਕਾਰਡ ਇਹਦੀ ਰਿਪਲੇਸਮੈਂਟ ਵੀ ਸੀਗੀ, ਸ਼ਾਇਦ ਸਮਾਰਟ ਕਾਰਡ ਲੈ ਕੇ ਆ ਰਹੇ ਸੀ। ਇਹਦੀ ਰਿਪਲੇਸਮੈਂਟ ਸਮਾਰਟ ਕਾਰਡ ਸੀਗੀ, ਜਿਹੜੀ ਹੁਣ ਅਗਲੇ ਹਫਤੇ ਕਿਸੇ ਵੀ ਟਾਈਮ ਜਿਸ ਤਰੀਕੇ ਮੈਂ ਤੁਹਾਨੂੰ ਦੱਸਿਆ ਵੀ ਸਾਨੂੰ ਫਾਈਨੈਂਸਿਸ ਅਲਾਉ ਕਰਦੇ ਜਾ ਰਹੇ ਆ, ਉਹ ਸਰਕਾਰ ਆਪਣੇ ਵਾਅਦੇ ਪੂਰੇ ਕਰਦੀ ਜਾ ਰਹੀ ਹੈ। ਸਮਾਰਟ ਕਾਰਡ ਆ ਜਾਏਗਾ, ਸਮਾਰਟ ਕਾਰਡ ਨਾਲ ਹੋਰ ਸਿਸਟਮ ਫੂਲ ਪ੍ਰੂਫ ਹੋ ਜਾਏਗਾ। ਜਿਹੜੇ ਇਸ ਸਮਾਰਟ ਕਾਰਡ ਦੇ ਆਧਾਰ ਤੇ ਅੱਗੇ ਇੰਸ਼ੋਰੈਂਸ ਵਗੈਰਾ ਹੁੰਦੀ ਹੈ, ਜਿਹੜੀ ਤੁਸੀਂ ਦੇਖਿਆ ਹੋਣਾ ਪੰਜਾਬ ਸਰਕਾਰ ਨੇ ਸੈਂਟਰ ਗਵਰਨਮੈਂਟ ਦੀ ਤਰਜ਼ ਤੇ ਉਹਨੂੰ ਵਧਾਤਾ। ਸੈਂਟਰ ਗਵਰਨਮੈਂਟ ਨੇ ਜਿੰਨਾ ਤੁਹਾਨੂੰ ਦਿੱਤਾ ਸੀਗਾ ਕੋਟਾ, ਇਹ ਤਾਂ ਤਕਰੀਬਨ ਹੁਣ ਪੰਜਾਬ ਸਰਕਾਰ ਉਹਨੂੰ ਯੂਨੀਵਰਸਲ ਕਰਨ ਜਾ ਰਹੀ ਹੈ। ਮਤਲਬ ਸਾਰੇ ਹੀ ਬੰਦੇ ਕਵਰ ਕਰਨ ਜਾ ਰਹੀ ਹੈ ਪੰਜਾਬ ਦੇ, ਜਿਹੜੇ ਪਹਿਲਾਂ ਤਕਰੀਬਨ 15 ਲੱਖ ਹੀ ਕਵਰ ਹੋ ਰਹੇ ਸੀਗੇ, ਜੋ ਸੈਂਟਰ ਆਯੁਸ਼ਮਾਨ ਭਾਰਤ ਵਿੱਚ ਜੋ ਸੈਂਟਰ ਗਵਰਨਮੈਂਟ ਦੀ ਸਕੀਮ ਸੀਗੀ। ਤੇ ਪੰਜਾਬ ਗਵਰਨਮੈਂਟ ਉਹ ਵੀ ਆਪਣੇ ਕੋਲੋਂ ਸਾਰਾ ਜਿਹੜਾ ਪ੍ਰੀਮੀਅਮ ਵਗੈਰਾ ਉਹ ਪੇ ਕਰ ਰਹੀ ਹੈ, ਤਾਂ ਕਿ ਸਾਰਿਆਂ ਦੀ ਇੰਸ਼ੋਰੈਂਸ ਕਵਰ ਹੋ ਜਾਏ ਔਰ ਹਰੇਕ ਪੰਜਾਬੀ ਨੂੰ ਕੁਆਲਿਟੀ ਮੈਡੀਕਲ ਏਡ ਮਿਲ ਸਕੇ ਔਰ ਟਾਈਮਲੀ ਮਿਲ ਸਕੇ। ਉਹਨਾਂ ਨੂੰ ਇੱਕੋ ਦਮ ਆਪਣੀ ਜੇਬ ਚੋਂ ਪੈਸਾ ਨਾ ਖਰਚਣਾ ਪਵੇ। ਫੋਟੋ ਹੈਗੀ ਹੈ ਉਹਦੇ ਤੇ ਕੈਪਟਨ ਸਾਹਿਬ ਦੀ ਜਾਂ ਕਿਸੇ ਹੋਰ ਦੀ ਜਾਂ ਰਾਹੁਲ ਗਾਂਧੀ ਦੀ? ਇਹ ਐਸਾ ਕੁਝ ਨਹੀਂ ਹੈ, ਇਹ ਇੱਕ ਸਕੀਮ ਆ। ਸਕੀਮ ਦੇ ਹਿਸਾਬ ਨਾਲ ਅੱਗੇ ਸਾਰਿਆਂ ਨੂੰ ਉਹਦੇ 'ਚ ਲਿੰਕ ਕੀਤਾ ਜਾ ਰਿਹਾ। ਫੋਟੋ ਹੋਣਾ ਜਾਂ ਨਾ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਫੋਟੋਆਂ ਉਦੋਂ ਹੁੰਦੀਆਂ ਸੀ ਜਦੋਂ ਸਾਈਕਲਾਂ ਤੇ ਐਂਬੂਲੈਂਸਾਂ ਤੇ ਕੈਪਟਨ ਸਾਹਿਬ ਫੋਟੋਆਂ 'ਚ ਘੱਟ ਵਿਸ਼ਵਾਸ ਰੱਖਦੇ ਆ, ਪਰ ਇਹ ਵੀ ਲੋਕਾਂ ਤਾਈਂ ਪਹੁੰਚਾਉਣ ਲਈ ਅੱਜ ਸੈਂਟਰ ਗਵਰਨਮੈਂਟ 'ਚ ਮੋਦੀ ਸਾਹਿਬ ਦੀ ਤਾਂ ਫੋਟੋ ਹਰੇਕ ਪੈਟਰੋਲ ਪੰਪ ਤੇ, ਹਰੇਕ ਗੈਸ ਏਜੰਸੀ ਤੇ ਹਰੇਕ ਇੰਸ਼ੋਰੈਂਸ ਕੰਪਨੀ ਤੇ ਹਰੇਕ ਬੈਂਕਾਂ ਤੇ ਲੱਗੀ ਪਈ ਹੈ। ਇਹ ਫੋਟੋ ਦਾ ਕਲਚਰ ਆਪੋਜੀਸ਼ਨ ਪਾਰਟੀਆਂ ਦਾ ਫੈਲਾਇਆ ਹੋਇਆ ਹੈ। ਕਾਂਗਰਸ ਵਿਰੋਧ ਕਰਦੀ ਰਹੀ ਹੈ ਨਾ ਕਿ ਬਾਦਲ ਸਾਹਿਬ ਦੀ ਐਂਬੂਲੈਂਸ ਤੇ ਫੋਟੋ ਕਿਉਂ ਹੈ, ਬਾਦਲ ਸਾਹਿਬ ਦੀ ਕਾਰਡਾਂ ਤੇ ਫੋਟੋ ਕਿਉਂ ਹੈ। ਮੈਂ ਉਹੀ ਤੁਹਾਨੂੰ ਦੱਸਣ ਲੱਗਿਆ, ਇਹ ਕਲਚਰ ਉਹਨਾਂ ਦਾ ਫੈਲਾਇਆ ਹੋਇਆ। ਕਦੀ ਡਾਕਟਰ ਮਨਮੋਹਨ ਸਿੰਘ ਹੁਣਾਂ ਨੇ ਏਡੀਆਂ ਵੱਡੀਆਂ ਅੱਜ ਜਿਹੜਾ NFSA ਨੈਸ਼ਨਲ ਫੂਡ ਸਿਕਿਉਰਿਟੀ ਐਕਟ ਉਹਨਾਂ ਨੇ ਲਿਆਂਦਾ, ਕਦੀ ਉਹਨਾਂ ਨੇ ਨਹੀਂ ਕਿਹਾ ਵੀ ਅਸੀਂ ਫੋਟੋ ਲਾਣੀ ਹੈ। ਤੇ ਅੱਜ ਵਨ ਨੇਸ਼ਨ ਵਨ ਕਾਰਡ ਕਰਕੇ ਮੋਦੀ ਸਾਹਿਬ ਫਿਰ ਆਪਣੀ ਫੋਟੋ ਲਿਆਉਣ ਨੂੰ ਉਹਦੇ 'ਚ ਫਿਰਦੇ ਆ। ਹਰ ਚੀਜ਼ ਨੂੰ ਜਿਹੜੇ ਫੈਡਰਲ ਸਿਸਟਮ ਨੂੰ ਖਤਮ ਕਰਦੇ ਜਾ ਰਹੇ ਆ, ਹਰ ਚੀਜ਼ ਨੂੰ ਸੈਂਟਰਲਾਈਜ਼ ਕਰਦੇ ਜਾ ਰਹੇ ਆ। ਜੋ ਸਟੇਟਾਂ ਦਾ ਕੰਮ ਹੁੰਦਾ ਸੀ ਉਹ ਵੀ ਆਪਣੇ ਆਪ 'ਚ ਲਿਜਾ ਰਹੇ ਆ ਔਰ ਇਸ ਲੋਕਾਂ ਨੂੰ ਇਸ ਭੁਲੇਖੇ 'ਚ ਲਿਜਾ ਰਹੇ ਆ ਵੀ ਮੈਂ ਇਸ ਸਾਰੇ ਵਨ ਨੇਸ਼ਨ ਵਨ ਕਾਰਡ ਇੰਟਰੋਡਿਊਸ ਕਰਤਾ। ਕਿਸਾਨਾਂ ਦੇ ਆਰਡੀਨੈਂਸ, ਐਗਰੀਕਲਚਰ ਪੂਰੇ ਦਾ ਪੂਰਾ ਸਟੇਟ ਦਾ ਸਬਜੈਕਟ ਹੁੰਦਾ ਸੀਗਾ ਫੈਡਰਲ ਸਿਸਟਮ 'ਚ। ਜਿਹੜੇ ਆਰਡੀਨੈਂਸ ਹਾਂ ਬਿਲਕੁਲ ਖਿਲਾਫ ਹੈ। ਉਹ ਸਟੇਟਾਂ ਦੇ ਰਾਈਟਸ ਤੇ ਅੱਜ ਮੈਨੂੰ ਸਮਝ ਨਹੀਂ ਆਉਂਦਾ ਵੀ ਅਕਾਲੀ ਦਲ ਕਿਉਂ ਦੌੜ ਗਿਆ ਇਹਦੀ ਮੁਖਾਲਫਤ ਕਰਨ ਤੋਂ। ਇਹ ਆਨੰਦਪੁਰ ਸਾਹਿਬ ਦਾ ਮਤਾ, ਜਿਹਦੇ ਮਤੇ ਕਰਕੇ ਸਾਰੇ ਪੰਜਾਬ ਦੇ ਵਿੱਚ ਇੰਨਾ ਖੂਨ ਖਰਾਬਾ ਹੋਇਆ, ਉਹਦੀ ਆੜ 'ਚ ਜੇ ਟੈਰਰਿਜ਼ਮ ਵੀ ਆਇਆ ਤੇ ਉਹਦੇ 'ਚ ਕਿਹਾ ਹੀ ਇਹ ਗਿਆ ਸੀਗਾ ਸੂਬਿਆਂ ਨੂੰ ਅਖਤਿਆਰ ਜ਼ਿਆਦਾ ਦਿਓ, ਤੇ ਅੱਜ ਸੂਬਿਆਂ ਦੇ ਅਖਤਿਆਰ ਖੋਏ ਜਾ ਰਹੇ ਆ। ਐਗਰੀਕਲਚਰ ਸਟੇਟ ਸਬਜੈਕਟ ਹੈ। ਇੱਥੇ ਕਣਕ ਜ਼ਿਆਦਾ ਹੁੰਦੀ ਹੈ, ਇੱਥੇ ਚੌਲ ਜ਼ਿਆਦਾ ਹੁੰਦੀ, ਕਿਤੇ ਕਪਾਹ ਜ਼ਿਆਦਾ ਹੁੰਦੀ, ਕਿਤੇ ਮੂੰਗਫਲੀ ਹੁੰਦੀ, ਕਿਤੇ ਦਾਲਾਂ ਹੁੰਦੀਆਂ। ਹਰੇਕ ਸਟੇਟ ਨੇ ਜਿਹੜੀ ਉਹਨਾਂ ਦੀ ਉਤਪਾਦ ਆ ਉਹਦੇ ਹਿਸਾਬ ਨਾਲ ਕਾਨੂੰਨ ਬਣਾਉਣੇ ਨੇ। ਤੇ ਜੇ ਉਹ ਵੀ ਕਾਨੂੰਨ ਦਾ ਰਾਈਟ ਖੋ ਕੇ ਸੈਂਟਰ ਗਵਰਨਮੈਂਟ ਲੈ ਜਾਏਗੀ ਤਾਂ ਫਿਰ ਸਟੇਟਾਂ ਦੇ ਤਾਂ ਅੱਗੇ ਹੀ ਨਹੀਂ। GST ਤੁਸੀਂ ਲੈ ਗਏ, ਹੁਣ ਕਹਿੰਦੇ ਜੀ ਮੈਂ ਸੁਖਬੀਰ ਜੀ ਵੀ ਮੈਂ ਉੱਤੋਂ ਤੁਹਾਨੂੰ ਅਸ਼ੋਰੈਂਸ ਦਿਵਾਨਾ ਵੀ ਕੋਈ MSP ਤੇ ਇਹਦਾ ਕੋਈ ਫਰਕ ਨਹੀਂ ਪਿਆ। ਅਸ਼ੋਰੈਂਸ ਤਾਂ ਉਦੋਂ GST ਵੇਲੇ ਵੀ ਦਿੱਤੀ ਗਈ ਵੀ ਅਸੀਂ ਤੁਹਾਨੂੰ ਹਰ ਮਹੀਨੇ ਦੇ ਅੰਦਰ ਪੈਸੇ। ਅੱਜ 6 ਮਹੀਨੇ ਨਹੀਂ ਮਿਲਦੀ, ਨਾ ਕੰਪਨਸੇਸ਼ਨ ਮਿਲਦੇ, ਨਾ ਏਰੀਅਰ ਮਿਲਦੇ, ਜਿਹਦੇ ਤੇ ਵਿੱਤੀ ਹਾਲਾਤ ਹੋਰ ਸਟੇਟਾਂ ਦੇ ਖਰਾਬ ਹੋ ਰਹੇ। ਕਿਹਦੀ ਇੰਸ਼ੋਰੈਂਸ ਤੇ ਕਿਤੇ ਤੇ ਤੁਸੀਂ ਇਤਬਾਰ ਕਰ ਰਹੀ ਹੈ ਕਾਂਗਰਸ। MSP ਨਹੀਂ ਖਤਮ ਹੋ ਰਹੀ ਹੈ, 100% ਇੰਸ਼ੋਰੈਂਸ ਹੈ ਉਹਨਾਂ ਦਾ। ਸਰ ਅੱਜ GST ਲੱਗਣ ਤੋਂ ਬਾਅਦ ਤੁਹਾਡੀ ਸਾਰੀ ਇਕਨੋਮੀ ਖਰਾਬ ਹੋ ਗਈ ਤੇ ਹੁਣ MSP ਨੂੰ ਤੁਸੀਂ ਖਰਾਬ ਕਰਨ ਦੀ ਮੇਰਾ ਮਹਿਕਮਾ, ਮੈਂ MSP ਦੇ ਸਾਰੀ ਪ੍ਰੋਕਿਉਰਮੈਂਟ ਫੂਡ ਕਰਦਾ ਆ ਤੇ ਮੈਨੂੰ ਪਤਾ ਕਿੰਨੀਆਂ ਮੁਸ਼ਕਿਲਾਂ ਆ ਰਹੀਆਂ। ਮੈਨੂੰ ਪਤਾ CCL ਦੀਆਂ ਕਿੰਨੀਆਂ ਮੁਸ਼ਕਿਲਾਂ, ਮੈਨੂੰ ਪਤਾ ਰੀਇੰਬਰਸਮੈਂਟ ਕਿੱਥੇ ਹੈ। ਜਦੋਂ ਸਾਡੇ ਫਾਈਨੈਂਸ ਮਿਨਿਸਟਰ ਅੱਜ ਤੋਂ 2 ਸਾਲ ਪਹਿਲਾਂ 2018 ਚ ਪਲੈਨਿੰਗ ਕਮਿਸ਼ਨ ਦੇ ਵਾਈਸ ਚੇਅਰਮੈਨ ਆਂਦੇ ਆ ਤੇ ਉਹਨਾਂ ਸਾਹਮਣੇ ਗੱਲ ਕਰਦੇ ਆ ਵੀ ਪੰਜਾਬ ਨੇ ਹਮੇਸ਼ਾ ਨੈਸ਼ਨਲ ਫੂਡ ਸਿਕਿਉਰਿਟੀ ਦੀ ਰਾਖੀ ਕਰੀ ਆ। ਉਹਨਾਂ ਨੇ ਇਹ ਕਿਹਾ ਸੀਗਾ, ਤੁਹਾਨੂੰ ਯਾਦ ਭੁੱਲ ਗਿਆ, ਸਾਰੇ ਅਖਬਾਰਾਂ 'ਚ ਵੀ ਆਇਆ ਸੀਗਾ ਵੀ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਕਿਉਰਿਟੀ ਦੀ ਫਿਕਰ ਕਰੋ, ਸਾਡੀ ਫੂਡ ਸਿਕਿਉਰਿਟੀ ਦੀ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ। ਪਰ ਅੱਜ ਜਦੋਂ ਕਰੋਨਾ ਆਇਆ ਤਾਂ ਮੁਲਕ ਨੂੰ ਸਾਂਭਿਆ ਕਿਨੇ ਜੀ?
ਅੱਜ ਉਸੇ ਪੰਜਾਬ ਦੀ ਕਿਸਾਨੀ ਦੀ ਕਦਰ ਪਈ, ਉਸੇ ਐਗਰੀਕਲਚਰ ਸੈਕਟਰ ਦੀ ਕਦਰ ਪਈ ਜਦੋਂ ਫੂਡ ਡਿਪਾਰਟਮੈਂਟ ਇੱਥੋਂ ਰੇਲ ਗੱਡੀਆਂ ਭਰ ਭੇਜ ਰਿਹਾ ਸੀ। ਜਦੋਂ ਅਸੀਂ ਸਾਡੇ ਸੀਐਮ ਸਾਹਿਬ ਅਸੀਂ ਜਾ ਕਹਿੰਦੇ ਸੀ ਵੀ ਸਾਡੇ ਕੋਲ ਇੰਨਾ ਅਨਾਜ ਪਿਆ ਹੈ, ਤੁਸੀਂ ਇਹਨਾਂ ਨੂੰ ਮੂਵ ਕਰਾ ਲਓ, ਤੇ ਸੈਂਟਰ ਗਵਰਨਮੈਂਟ ਧਿਆਨ ਨਹੀਂ ਸੀ ਦਿੰਦੀ। ਉਹ ਕਹਿੰਦੇ ਕਿ ਬੀਜ ਘੁਟਾਲਾ ਕਰਨ ਵਾਲੀ ਸਰਕਾਰ ਹੈ। ਸਾਡੇ ਤੇ ਕਾਊਂਟਰ ਇਹ ਸਵਾਲ ਕਰਦੀ ਹੈ ਇਹਨਾਂ ਗੱਲਾਂ ਦੇ ਉੱਤੇ। ਬੀਜ ਘੁਟਾਲਾ ਕੀ ਹੈ ਜੀ? ਘੁਟਾਲਾ ਫੜਨਾ ਕਾਬਲੀਅਤ ਹੈ ਜਾਂ ਘੁਟਾਲੇ ਹੁੰਦੇ ਰਹਿਣਾ ਕਾਬਲੀਅਤ ਹੈ? ਨਾਕਾਬਲੀਅਤ ਹੈ? ਮੈਨੂੰ ਦੱਸੋ ਇਹਨਾਂ ਦੇ ਟਾਈਮ 'ਚ ਕਿਹੜੇ ਘੁਟਾਲੇ ਨੂੰ ਪਕੜ ਕੇ ਕਿਸੇ ਲੌਜੀਕਲ ਲੈਂਡ ਤੇ ਲੈ ਕੇ ਗਏ? ਇਹਨਾਂ ਦੇ ਕਹੇ ਤੇ ਘੁਟਾਲਾ ਫੜਿਆ ਗਿਆ। ਘੁਟਾਲਾ ਸਰਕਾਰ ਨੇ ਆਪ ਫੜਿਆ, ਘੁਟਾਲਾ ਹੋਣ ਨਹੀਂ ਦਿੱਤਾ। ਸਾਹਿਬ ਇਹ ਲੋਕਾਂ ਨੂੰ ਗੱਲ ਪਹੁੰਚਾਉਂਦੇ ਫੈਕਟ ਡਿਸਟੋਰਟ ਕਰਕੇ ਇੱਕਦਮ ਐਕਸ਼ਨ ਲੈਣਾ, ਕਿਤੇ ਘੁਟਾਲਾ ਹੋਣ ਤੋਂ ਬਚਾਉਣਾ, ਇਹ ਸਰਕਾਰ ਦੀ ਕਾਬਲੀਅਤ ਦੀ ਨਿਸ਼ਾਨੀ ਹੈ। ਇਹ ਐਗਰੀਕਲਚਰ ਡਿਪਾਰਟਮੈਂਟ ਜਿਹਨੂੰ ਸੀਐਮ ਸਾਹਿਬ ਆਪ ਚਲਾਉਂਦੇ ਨੇ, ਇਹ ਉਹਦੀ ਕਾਬਲੀਅਤ ਹੈ ਵੀ ਉਹਨਾਂ ਨੇ ਹੋਣ ਨਹੀਂ ਦਿੱਤਾ ਕੋਈ ਘੁਟਾਲਾ ਇਹੋ ਜਿਹਾ। ਜਿਹੜੇ ਵੀ ਬੰਦੇ ਸੀ ਜਿਹੜੀਆਂ ਗਲਤ ਬੀਜ ਕਿਸਾਨਾਂ ਨੂੰ ਦੇ ਰਹੇ ਸੀ ਕਿ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਪਾਇਆ। ਸਰਕਾਰ ਦੀ ਨੱਕ ਹੇਠ ਜ਼ਹਿਰੀਲੀ ਸ਼ਰਾਬ ਵਿਕਦੀ ਰਹੀ, ਬੰਦੇ ਮਰ ਗਏ, ਇਹ ਵੀ ਕਾਬਲੀਅਤ ਹੈ ਮੰਤਰੀ ਜੀ? ਬਹੁਤ ਮੰਦਭਾਗਾ ਇਨਸੀਡੈਂਸ ਹੈ। 21ਵੀਂ ਸਦੀ ਦੇ ਵਿੱਚ ਇਹੋ ਜਿਹਾ ਨਕਲੀ ਸ਼ਰਾਬ ਵਾਲਾ ਕਾਂਡ ਹੋ ਜਾਣਾ, ਇਹ ਨਲਾਇਕੀ ਹੈ। ਪਿਛਲੇ 2010 ਚ ਵੀ ਹੋਇਆ, 2013-14 ਚ ਵੀ ਹੋਇਆ, ਮੁਕੇਰੀਆਂ ਚ ਹੋਇਆ। ਤੁਹਾਨੂੰ ਯਾਦ ਹੋਵੇ ਪਿਛਲੇ 10 ਸਾਲ ਦੀ ਕੋਈ ਬਸ ਨਿੱਕੀ ਮੋਟੀ ਇਨਕੁਆਰੀ ਕਰੀ, ਕਿਸੇ ਡੀਐਸਪੀ ਦੀ ਕਿਸੇ ਐਸਪੀ ਦੀ ਡਿਊਟੀ ਲਾ ਕੇ ਪਰਦਾ ਪਾਤਾ। ਤੁਸੀਂ ਅੱਜ ਇਹ ਦੇਖੋਗੇ ਇਸ ਕਾਂਡ ਤੋਂ ਬਾਅਦ ਇਹ ਜਿਵੇਂ ਡਰੱਗ ਵਾਲੀ ਚੇਨ ਤੋੜੀ ਹੈ। ਉਹ ਅੱਜ ਜਿਸ ਤਰੀਕੇ ਪਹਿਲਾਂ ਡਰੱਗ 'ਚ ਪੰਜਾਬ ਬਦਨਾਮ ਹੁੰਦਾ ਸੀ, ਅੱਜ ਉਹ ਚਿੱਟਾ ਨਹੀਂ ਰਿਹਾ। ਅੱਜ ਇਹ ਜ਼ਹਿਰੀਲੀ ਸ਼ਰਾਬ ਦਾ ਵੀ ਇਸ ਇੰਸੀਡੈਂਟ ਮੰਦਭਾਗੇ ਇਸ ਕਾਂਡ ਤੋਂ ਬਾਅਦ ਤੁਸੀਂ ਦੇਖੋਗੇ ਕਿਤੇ ਜ਼ਹਿਰੀਲੀ ਸ਼ਰਾਬ ਵੀ ਨਹੀਂ ਵਿਕਣੀ। ਕਿਹਾ ਗਿਆ ਮੰਤਰੀ ਜੀ ਇੱਕ ਸ਼ਖਸ ਨੂੰ ਲੁਧਿਆਣੇ ਦੇ ਨੂੰ ਡਿਫੈਂਡ ਕਰਦੇ ਨਜ਼ਰ ਆਏ ਕਿ ਉਹ ਸਪਿਰਿਟ ਤੇ ਥਿਨਰ ਵੇਚਦੇ ਸੀਗੇ, ਕਿ ਇਹ ਤਾਂ ਵੇਚਿਆ ਜਾ ਸਕਦਾ ਹੈ, ਇਹਦੇ ਲਾਇਸੈਂਸਿੰਗ ਹੈ ਬਕਾਇਦਾ। ਤੁਸੀਂ ਭਾਈਜਾਨ ਦੇਖੋ, ਇੱਕ ਚੀਜ਼ ਹੈ ਚੇਨ ਤੁਹਾਡੇ ਟੈਲੀਵਿਜ਼ਨਾਂ ਤੇ ਹੀ ਦਿਖਾਈ ਗਈ, ਮੇਰਾ ਕਹਿਣਾ ਬਿਲਕੁਲ ਸਹੀ ਸੀਗਾ। ਉੱਥੇ ਇੱਕ ਹੋਲਸੇਲਰ ਤੋਂ ਇੱਕ ਪ੍ਰੋਡਕਟ ਜਾਂਦਾ ਹੈ, ਉਹ ਦੂਸਰੇ ਕੋਲ ਜਾਂਦਾ, ਤੀਸਰੇ ਕੋਲ ਜਾਂਦਾ, ਚੌਥੇ ਕੋਲ ਜਾਂਦਾ, ਉਹਦੀ ਮਨਸ਼ਾ ਉਹਨੇ ਰਿਟੇਲਰ ਨੂੰ ਦਿੱਤਾ, ਰਿਟੇਲਰ ਨੇ ਕੀ ਨੂੰ ਦਿੱਤਾ, ਅੱਗੇ ਸ਼ਰਾਬ ਵੇਚਣ ਵਾਲਿਆਂ ਨੂੰ ਕੀ ਨੇ ਦਿੱਤਾ? ਮਿਥਾਈਲ ਐਲਕੋਹਲ। ਅਗਰ ਉਹ ਟ੍ਰੇਡਰ ਕੋਈ ਇਹੋ ਜਿਹਾ ਕੰਮ, ਕੱਲ ਨੂੰ ਕਿਸੇ ਕੈਮੀਕਲ ਸ਼ਾਪ ਤੇ ਚਲੇ ਜਾਓ, ਇੱਕ ਕੈਮੀਕਲ ਤੁਸੀਂ ਖਰੀਦ ਲਓ, ਇੱਕ ਮੈਂ ਖਰੀਦ ਲਾਂ, ਇੱਕ ਤੀਸਰਾ ਖਰੀਦ ਲਓ, ਜਾ ਕੇ ਉੱਥੇ ਬੰਬ ਬਣਾ ਦਈਏ, ਤੇ ਉਸ ਕੈਮੀਕਲ ਵਾਲੇ ਨੂੰ ਪਤਾ ਹੈ, ਸ਼ਾਪ ਵਾਲੇ ਨੂੰ ਉਹਦੀ ਮਨਸ਼ਾ, ਉਹ ਆਪਣੀ ਟ੍ਰੇਡਿੰਗ ਕਰਦਾ। ਹਾਂ, ਉਹਦਾ ਕਸੂਰ ਹੈ ਜਿਹੜਾ ਕੰਟਰੋਲਡ ਆਈਟਮ ਨੂੰ ਅਗਰ ਉਹਨੇ ਕਿਸੇ ਨੂੰ 10 ਲੀਟਰ 20 ਲੀਟਰ ਦੇ ਸਕਦਾ ਸੀ ਤਾਂ ਉਹਨੇ 100 ਲੀਟਰ ਦੇਤਾ। ਜੇ ਕਸੂਰ ਇੰਨਾ ਹੈ ਤਾਂ ਇਹ ਕਰਨਾ ਚਾਹੀਦਾ, ਨਹੀਂ ਤਾਂ ਇਸ ਸੂਬੇ ਦੇ ਵਪਾਰਾਂ ਤੇ ਅੱਗੇ ਹੀ ਬਹੁਤ ਐਡਵਰਸ ਇਫੈਕਟ ਪੈ ਰਿਹਾ ਜੇ ਇਸ ਤਰੀਕੇ ਹੀ ਸਾਰਿਆਂ ਨੂੰ ਤੁਸੀਂ ਪੈਨਲਾਈਜ਼ ਕਰਦੇ ਜਾਓਗੇ। ਮੈਂ ਇਹ ਕਿਹਾ ਸੀਗਾ, ਨਾਲ ਦੀ ਨਾਲ ਇਹ ਕਿਹਾ ਸੀ, ਅਗਰ ਉਹਦੀ ਮਨਸ਼ਾ ਨਕਲੀ ਸ਼ਰਾਬ ਵਾਲਿਆਂ ਨੂੰ ਵੇਚਣ ਦੀ ਹੈ ਤਾਂ ਬਿਲਕੁਲ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਹ ਇਨਵੈਸਟੀਗੇਸ਼ਨ ਪੰਜਾਬ ਪੁਲਿਸ ਕਰਦੀ ਪਈ ਹੈ, ਉਹ ਬੜੀ ਕਾਬਲ ਸਾਡੀ ਏਜੰਸੀ ਹੈ, ਉਹਨੇ ਬੜੀ ਸ਼ੌਹਰਤ ਖੱਟੀ ਹੈ ਅਲੱਗ-ਅਲੱਗ ਟਾਈਮ ਤੇ, ਅੱਤਵਾਦ ਦੇ ਟਾਈਮ ਤੇ ਜਾਂ ਉਸ ਤੋਂ ਬਾਅਦ ਡਰੱਗ ਚੇਨ ਨੂੰ ਖਤਮ ਕਰਨ ਦੇ ਵਿੱਚ ਉਹਦੇ ਤੇ ਬੜੀ ਕਾਬਲੀਅਤ ਨਾਲ ਉਹਦੀ ਇਨਵੈਸਟੀਗੇਸ਼ਨ ਚੱਲਦੀ ਹੈ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਸਾਹਮਣੇ ਆਣਾ। ਸੀਐਮ ਸਾਹਿਬ ਆਪ ਮੋਨੀਟਰ ਕਰਦੇ ਪਏ, ਜਿਹੜਾ ਕਸੂਰਵਾਰ ਕਿਸੇ ਵੀ ਲੈਵਲ ਦਾ ਹੋਇਆ ਇਸ ਵਾਰ ਬਖਸ਼ਿਆ ਨਹੀਂ ਜਾਣਾ। ਮੰਤਰੀ ਜੀ, ਪਾਰਟੀ 'ਚ ਸਭ ਕੁਝ ਠੀਕ ਨਹੀਂ ਹੈ। ਬਾਜਵਾ ਸਾਹਿਬ, ਦੁੱਲੋ ਸਾਹਿਬ ਜਿਸ ਤਰ੍ਹਾਂ ਪਾਰਟੀ ਦੇ ਅਗੇਂਸਟ ਬੋਲੇ ਹੈ, ਸ਼ਰੇਆਮ ਸੁਨੀਲ ਕੁਮਾਰ ਜਾਖੜ ਕੈਪਟਨ ਸਾਹਿਬ ਨੂੰ ਲਾਉਣ ਦੀਆਂ ਗੱਲਾਂ ਕਰਦੇ ਹੈ, ਤੁਸੀਂ ਕਿਸ ਪਾਸੇ ਹੈਗੇ ਹੋ ਦੋਵਾਂ ਪੱਖਾਂ 'ਚੋਂ? ਅੱਜ ਇਸ ਮੌਕੇ ਤੇ ਜਦੋਂ ਕਰੋਨਾ ਦੀ ਮਹਾਮਾਰੀ ਚੱਲਦੀ ਹੋਵੇ ਔਰ ਉਸ ਤੋਂ ਬਾਅਦ ਇਹ ਮੰਦਭਾਗਾ ਐਕਸੀਡੈਂਟ ਹੋ ਜਾਏ, ਉਸ ਮੌਕੇ ਤੇ ਨੁਕਤਾਚੀਨੀ ਕਰਨੀ ਵਾਜਬ ਨਹੀਂ ਹੈ। ਜੇ ਨੁਕਤਾਚੀਨੀ ਕਰਨੀ ਵੀ ਹੈ ਤਾਂ ਉਹਦੇ ਪ੍ਰੋਪਰ ਪਲੇਟਫਾਰਮ ਬਣੇ ਹੋਏ ਆ, ਵਿਦਿਨ ਪਾਰਟੀ ਹੈ। ਤੁਸੀਂ ਸਰਕਾਰਾਂ ਦੇ ਵਿੱਚ ਵੀ ਕਿਸੇ ਨੂੰ ਕਹਿ ਸਕਦੇ ਹੋ, ਅਗਰ ਸਰਕਾਰਾਂ 'ਚ ਨਹੀਂ ਸੁਣੀ ਜਾ ਸਕਦੀ ਤਾਂ ਪਾਰਟੀ ਦੇ ਅੰਦਰ ਤੁਹਾਡਾ ਡਿਸਟ੍ਰਿਕਟ ਸਟੇਟ ਲੈਵਲ ਨਹੀਂ ਤੁਹਾਨੂੰ ਪਸੰਦ ਤਾਂ ਸੈਂਟਰ ਲੈਵਲ ਦੇ ਉੱਤੇ ਆ। ਸਾਡੇ ਪਾਰਟੀ ਪ੍ਰਧਾਨ ਨੇ, ਥੱਲੇ ਸੂਬੇ ਦੇ ਇੰਚਾਰਜ ਨੇ, ਉੱਥੇ ਡਿਸਟ੍ਰਿਕਟ ਜਨਰਲ ਸੈਕਟਰੀ, ਉੱਥੇ ਨੈਸ਼ਨਲ ਲੈਵਲ ਜਨਰਲ ਸੈਕਟਰੀ ਬੈਠੇ ਨੇ, ਕਿਸੇ ਨੂੰ ਵੀ ਦੱਸ ਸਕਦੇ ਹੋ। ਇਸ ਤਰੀਕੇ ਅਨਨੈਸੈਸਰੀ ਕੋਈ ਵਿਵਾਦ ਖੜਾ ਕਰ ਦੇਣਾ। ਕਹਿੰਦੇ ਸੁਣੀ ਨਹੀਂ ਗਈ ਸਾਡੀ, ਅਸੀਂ ਕਹਿੰਦੇ ਜੇ ਸਾਡੀ ਸੁਣੀ ਹੁੰਦੀ ਤੇ ਹਾਦਸਾ ਹੀ ਨਹੀਂ ਹੋਣਾ ਸੀ। ਜੇ ਸੁਣੀ ਨਹੀਂ ਜਾ ਰਹੀ ਸੀ ਤੁਹਾਡੀ ਤਾਂ ਮੈਂ ਤੁਹਾਨੂੰ ਇਹੀ ਦੱਸ ਰਿਹਾ ਭਾਈਜਾਨ ਵੀ ਤੁਹਾਡੇ ਕੋਲ ਪਲੇਟਫਾਰਮ ਹੈ ਜਿੱਥੇ ਸੁਣੀ ਜਾ ਸਕਦੀ ਹੈ।
ਸੋਨੀਆ ਜੀ ਬੈਠੇ ਆ, ਰਾਹੁਲ ਜੀ ਬੈਠੇ ਆ, ਪ੍ਰਿयंका ਜੀ ਬੈਠੇ ਆ, ਉੱਥੇ ਸਾਡੇ ਹੋਰ ਇੰਚਾਰਜਸ ਬੈਠੇ ਆ, ਜਨਰਲ ਸੈਕਟਰੀਜ਼ ਬੈਠੇ ਆ, ਤੁਸੀਂ ਕਿਸੇ ਨਾਲ ਤਾਂ ਗੱਲ ਕਰੋ। ਪਰ ਕੀ ਜਿਹੜਾ ਡਿਸੈਂਟ ਦੀ ਵੌਇਸ ਹੈ ਉਹਦੀ ਇੱਥੇ ਆਵਾਜ਼ ਨਹੀਂ ਸੁਣੀ ਜਾਊਗੀ ਬਿਲਕੁਲ, ਪਾਰਟੀ ਦੇ ਮੈਂ ਤੁਹਾਨੂੰ ਕਹਿੰਦਾ ਡਿਸੈਂਟ ਦੀ ਆਵਾਜ਼ ਵਾਸਤੇ ਵੀ ਤਾਂ ਡਿਸਪਲਿਨ ਚਾਹੀਦਾ ਹੈ। ਤੁਹਾਡੇ ਘਰਾਂ 'ਚ ਕੋਈ ਇੰਸਟੀਟਿਊਸ਼ਨਸ 'ਚ ਪਾਰਟੀਆਂ 'ਚ ਡਿਸਪਲਿਨ ਨਾਂ ਦੀ ਚੀਜ਼ ਨਹੀਂ ਰਹੇਗੀ। ਕੌਣ ਡਿਸੈਂਟ ਨੂੰ ਰੋਕ ਰਿਹਾ? ਅਸੀਂ ਕੈਬਨਿਟ ਦੇ ਵਿੱਚ ਕੋਈ ਇਸ਼ੂ ਆਉਂਦੇ ਨੇ, ਕਈ ਇਸ਼ੂਆਂ ਤੇ ਆਪਣੀ ਡਿਸੈਂਟ ਦੇਈਦੀ। ਹੁਣ ਕੈਬਨਿਟ ਦੇ ਅੰਦਰ ਅਸੀਂ ਕਿਸੇ ਇਸ਼ੂ ਨੂੰ ਕਿਸ ਤਰੀਕੇ ਆਪਣੀ ਓਪੀਨੀਅਨ ਦਿੰਨੇ ਆ ਜਿਹੜਾ ਸਾਡਾ ਉਹਦੇ ਨਾਲ ਸਹਿਮਤੀ ਨਹੀਂ ਹੁੰਦੀ, ਅਸੀਂ ਆ ਕੇ ਬਾਹਰ ਉਹ ਪਬਲਿਕ 'ਚ ਜਾਂ ਪ੍ਰੈਸ 'ਚ ਖੋਲ ਕੇ ਬਹਿ ਜਾਈਏ ਤਾਂ ਉਹ ਵੀ ਨਹੀਂ ਜੱਚਦਾ। ਇਦਾਂ ਸਰਕਾਰਾਂ ਨੇ ਚੱਲਦੀਆਂ, ਇਦਾਂ ਪਾਰਟੀਆਂ ਨੇ ਚੱਲਦੀਆਂ। ਚੰਨੀ ਨੇ ਕੀਤਾ ਸੀ ਜਦੋਂ ਚੀਫ ਸੈਕਟਰੀ ਵਾਲਾ ਇਸ਼ੂ, ਤੇ ਮਨਪ੍ਰੀਤ ਬਾਦਲ ਤੇ ਚੰਨੀ ਜੀ ਪ੍ਰੈਸ 'ਚ ਤਾਂ ਨਹੀਂ ਗਏ, ਮੀਡੀਆ 'ਚ ਤਾਂ ਨਹੀਂ ਗਏ। ਬਿਲਕੁਲ ਪ੍ਰੈਸ 'ਚ ਆ ਕੇ ਉਹਨਾਂ ਨੇ ਚੀਫ ਸੈਕਟਰੀ ਦੇ ਖਿਲਾਫ ਬੋਲਿਆ। ਉਸ ਵੇਲੇ ਬੋਲਿਆ ਗਿਆ ਹਾਂ ਜਿਸ ਵੇਲੇ ਕੋਈ ਇਸ਼ੂ ਬਣੇ, ਉਹਨਾਂ ਹੀ। ਤੁਸੀਂ ਦੁਬਾਰਾ ਚੈੱਕ ਕਰੋ ਸਾਹਿਬ, ਮਨਪ੍ਰੀਤ ਜੀ ਕਿੰਨਾ ਬੋਲੇ, ਬੜੇ ਸੀਜ਼ਨਡ ਦੋਨੋਂ ਪੋਲੀਟੀਸ਼ੀਅਨ ਨੇ। ਇਸ ਤਰੀਕੇ ਅਖਬਾਰਬਾਜ਼ੀ ਨਹੀਂ ਉਹਨਾਂ ਨੇ ਕਰੀ, ਚੈੱਕ ਕਰੋ ਕਾਈਂਡਲੀ। ਅਖਬਾਰਾਂ ਵਾਲੇ ਨੇ ਉਹਦੀ ਟ੍ਰਾਇਲ ਸ਼ੁਰੂ ਕਰਤੀ। ਤੁਹਾਨੂੰ ਲੱਗਦਾ ਮੀਡੀਆ ਬਣਾ ਦਿੰਦਾ ਚੀਜ਼ਾਂ ਨੂੰ? ਹਾਂ, ਕੁਝ ਚੀਜ਼ ਤੁਸੀਂ ਆਪ ਨੋਟ ਕਰੋ। ਚੰਨੀ ਜੀ ਤਾਂ 5 ਦਿਨ ਕਿਸੇ ਦੇ ਟੈਲੀਫੋਨ ਤੇ ਹੀ ਨਹੀਂ ਆਏ। ਉਹ ਸਿਰਫ ਉਦੋਂ ਆਏ ਜਦੋਂ ਬਾਜਵਾ ਸਾਹਿਬ ਨੇ ਕੋਈ 2 ਗੱਲਾਂ ਕਹਿ ਦਿੱਤੀਆਂ ਤਾਂ ਉਹਦਾ ਜਵਾਬ ਦੇਣ ਨੂੰ। ਉਸ ਤੋਂ ਬਾਅਦ ਉਹ ਨਹੀਂ ਆਏ, ਮਨਪ੍ਰੀਤ ਜੀ ਨਹੀਂ ਆਏ। ਜੋ ਗੱਲ ਸੀਐਮ ਸਾਹਿਬ ਨੇ ਦੋਨਾਂ ਨੂੰ ਬੁਲਾ ਕੇ, ਮਰਿਆਦਾ ਕਿਉਂ ਨਹੀਂ ਹੈ? ਬਹੁਤ ਸਾਰੇ ਵਿਧਾਇਕਾਂ ਨੇ ਡਿਸੈਂਟ ਦਿਖਾਇਆ, ਉਹ ਵੀ ਆਪਣੀ ਮਰਿਆਦਾ ਗਵਾ ਗਏ। ਉਸ ਤੋਂ ਬਾਅਦ ਚੰਨੀ ਜੀ ਹੋਰਾਂ ਵਾਲਾ ਇਸ਼ੂ ਹੋਇਆ, ਹੁਣ ਸ਼ਕੁਨੀ ਮਾਮਾ ਵਰਗੇ ਸ਼ਬਦ ਵਰਤੇ ਗਏ। ਦੇਖੋ ਤੁਸੀਂ, ਬੜੇ ਮੰਦਭਾਗੇ ਸਾਹਿਬ। ਮੈਂ ਤਾਂ, ਮੇਰੇ ਤੋਂ ਇੰਨੇ ਸੀਨੀਅਰ ਹੈ, ਮੈਂ ਤਾਂ ਕਿਸੇ ਨੂੰ ਕੁਝ ਸਲਾਹ ਵੀ ਨਹੀਂ ਦੇ ਸਕਦਾ। ਪਰ ਮੈਂ ਤੁਹਾਡੇ ਚੈਨਲ ਤੇ ਇਹ ਜ਼ਰੂਰ ਕਹੂੰਗਾ ਵੀ ਇਹੋ ਜਿਹੇ ਅਲਫਾਜ਼ ਪੋਲਿਟਿਕਸ 'ਚ ਹੋ ਸਕਦਾ। ਮੇਰੀ ਵੀ ਕਿਸੇ ਨਾਲ ਡਿਸੈਂਟ ਹੋਵੇ, ਮੈਂ ਆਪਣੇ ਅਲਫਾਜ਼ਾਂ ਤੇ ਜ਼ਰੂਰ ਕੰਟਰੋਲ ਰੱਖੂੰਗਾ। ਮੈਂ ਕਿਸੇ ਬਾਰੇ ਇਹੋ ਜਿਹੇ ਲਫ਼ਜ਼ ਨਹੀਂ ਵਰਤ ਸਕਦਾ ਜੋ ਵਰਤੇ ਜਾ ਰਹੇ ਆ। ਇਹ ਚਾਹੀਦੇ ਵੀ ਨਹੀਂ। ਅੱਜ ਦੀ ਤਰੀਕ ਦੇ ਵਿੱਚ ਜਿਹੜਾ ਮੇਨ ਇਸ਼ੂ ਹੈ ਲੋਕਾਂ ਦਾ, ਕਰੋਨਾ ਮਹਾਮਾਰੀ ਦਾ ਰੂਪ ਲੈਂਦਾ ਜਾ ਰਿਹਾ, ਉਹਦੇ ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਆ। ਆਪਣੇ ਪਰਸਨਲ ਗਰਜਿਸ ਨੂੰ ਛੱਡ ਕੇ ਲੋਕਾਂ ਦੀ ਸੇਵਾ, ਜਿਸ ਵਾਸਤੇ ਅਸੀਂ ਆਏ ਹਾਂ, ਸਾਡਾ ਮਕਸਦ ਹੋਰ ਕੋਈ ਨਹੀਂ ਹੋਣਾ ਚਾਹੀਦਾ। ਆਪੇ ਲੋਕ ਤੁਹਾਨੂੰ ਦੇਖਦੇ ਆ, ਲੋਕ ਰੈਕਗਨਾਈਜ਼ ਕਰਦੇ ਆ ਵੀ ਉਸ ਮੌਕੇ ਦੇ ਉੱਤੇ ਕਿਹੜਾ ਬੰਦਾ ਕਿੰਨੇ ਰਿਸੋਰਸਿਸ ਹੁੰਦਾ ਹੋਇਆ ਵੀ ਲੋਕਾਂ ਨਾਲ ਖੜਾ ਸੀਗਾ। ਲੋਕ ਸਭ ਦੇਖਦੇ ਆ। ਲੋਕਾਂ ਨੇ ਇਹ ਵੀ ਦੇਖਣਾ ਵੀ ਇਹ ਜੇ ਸ਼ਰਾਬ ਵਾਲਾ ਕਾਂਡ ਹੋਇਆ ਦੇਖਿਆ ਜਾਂਦਾ। ਨਹੀਂ, ਪਲੜੇ ਵਾਲੀ ਕੋਈ ਪਲੜਾ ਭਾਰੀ ਹੈ। ਕੈਪਟਨ ਖੇਮੇ ਦਾ ਪਲੜਾ ਭਾਰੀ ਹੈ ਤਾਂ ਸਾਰੀ ਕੈਬਨਿਟ ਦੇ ਬੰਦੇ ਉਧਰ ਰਹਿਣਗੇ। ਕੋਈ ਐਸਾ ਪਲੜੇ ਵਾਲੀ ਕੋਈ ਗੱਲ ਨਹੀਂ ਹੈ ਸਾਹਿਬ। ਕੀ ਤੁਹਾਨੂੰ ਵਜਨ ਲੱਗਦਾ ਬਾਜਵਾ ਸਾਹਿਬ ਤੇ ਦੁੱਲੋ ਸਾਹਿਬ ਦੀਆਂ ਗੱਲਾਂ ਦੇ ਵਿੱਚ? ਜਿੰਨੀ ਡੈਮੋਕ੍ਰੇਸੀ, ਮੈਂ ਬਹੁਤ ਜੂਨੀਅਰ ਸੀਗਾ, ਮੰਤਰੀ ਬਣਨ ਦਾ ਮੌਕਾ ਮਿਲਿਆ ਕੈਪਟਨ ਸਾਹਿਬ ਦਾ ਔਰ ਹਾਈ ਕਮਾਂਡ ਦੀ ਬੜੀ ਮਿਹਰਬਾਨੀ। ਪਰ ਅੰਦਰ ਜਾ ਕੇ ਦੇਖਿਆ ਕੈਬਨਿਟ 'ਚ ਬੈਠ ਕੇ, ਜਦੋਂ ਪਹਿਲੀਆਂ 2-3 ਕੈਬਨਿਟ ਮੀਟਿੰਗਸ ਹੋ ਗਈਆਂ, ਵੀ ਜਿਸ ਤਰੀਕੇ ਨਾਲ ਉੱਥੇ ਡੈਮੋਕ੍ਰੇਸੀ ਹੈ। ਕੈਪਟਨ ਸਾਹਿਬ ਸਾਰਿਆਂ ਦੇ ਜਿਨ੍ਹਾਂ ਦੇ ਓਪੀਨੀਅਨ ਹੁੰਦੇ ਆ ਉਹਨਾਂ ਨੂੰ ਸਭ ਨੂੰ ਐਕਨੋਲੇਜ ਕਰਦੇ ਆ, ਵੇਟੇਜ ਦਿੰਦੇ ਆ। ਜੇ ਕੋਈ ਇਸ਼ੂ ਜ਼ਿਆਦਾ ਤੁਸੀਂ ਬਹੁਤ ਫੋਰਸਫੁਲੀ ਆਪਣਾ ਓਪੀਨੀਅਨ ਰੱਖੋ, ਉਹਨੂੰ ਡੈਫਰ ਵੀ ਕਰਦੇ ਆ, ਉਹਨੂੰ ਦੁਬਾਰਾ ਉਹਦੇ ਤੇ ਕਮੇਟੀ ਬਣਾ ਕੇ ਘੋਖ ਵੀ ਕਰਦੇ ਆ, ਫਿਰ ਦੂਸਰੀ ਕੈਬਨਿਟ 'ਚ ਉਹਨੂੰ ਸੋਧ ਕਰਕੇ ਵੀ ਲਿਆਂਦਾ ਜਾਂਦਾ। ਜਿੰਨੀ ਡੈਮੋਕ੍ਰੇਸੀ ਇਸ ਚੀਫ ਮਿਨਿਸਟਰ ਦੇ ਥੱਲੇ ਆ, ਮੈਂ ਦੇਖੀ ਨਹੀਂ ਕਦੀ। ਨਹੀਂ ਤਾਂ ਸੋਚਦੇ ਸੀ ਨਵਜੋਤ ਸਿੱਧੂ ਵਾਰੀ ਕਿਉਂ ਨਹੀਂ ਸੀ? ਨਵਜੋਤ ਸਿੱਧੂ ਜੀ ਨੂੰ ਜਿੰਨਾ ਮੌਕਾ ਮਿਲਿਆ ਜਾਂਦਾ ਸੀਗਾ ਅੰਦਰ ਬੋਲਣ ਦਾ, ਜਿੰਨਾ ਜ਼ਿਆਦਾ ਉਹਨਾਂ ਦੇ ਮੁਤਾਬਕ ਕੈਬਨਿਟ ਚੱਲਦੀ ਸੀ, ਕਦੀ ਵੀ ਨਹੀਂ ਸੀ ਚੱਲਦੀ। ਇਹ ਮੈਂ ਇਸ ਚੀਜ਼ ਦਾ ਗਵਾਹ ਆ। ਉਦੋਂ ਤਾਂ ਅਸੀਂ ਨਵੇਂ ਬਣੇ ਸੀਗੇ, ਸਾਨੂੰ ਤਾਂ ਇਹਨਾਂ ਐਕਸਪੀਰੀਅੰਸ ਵੀ ਨਹੀਂ ਸੀ। ਅੱਜ ਤਾਂ ਅਸੀਂ ਵੀ ਆਪਣਾ ਹਰ ਓਪੀਨੀਅਨ ਫੋਰਸਫੁਲੀ ਰੱਖੀਦਾ, ਔਰ ਸਾਡੇ ਹਰ ਵਾਰੀ ਜੋ ਓਪੀਨੀਅਨ ਰੱਖਦੇ ਆ ਅਗਰ ਉਹ ਠੀਕ ਲੱਗਦਾ ਉਹਨਾਂ ਨੂੰ ਤੇ ਉਹ ਐਕਨੋਲੇਜ ਕਰਦੇ ਆ, ਇਸ਼ੂਜ਼ ਨੂੰ ਡੈਫਰ ਕਰਦੇ ਆ, ਔਰ ਹੁੰਦਾ। ਕਿਹਾ ਗਿਆ ਸਾਈਕੋਲੋਜੀਕਲ ਜਿੱਤ ਭਾਰਤ ਭੂਸ਼ਣ ਆਸ਼ੂ ਦੀ ਹੋਈ ਕਿ ਜਦੋਂ ਸਿੱਧੂ ਸਾਹਿਬ ਦੇ ਆਫਿਸ 'ਚ ਜਾ ਕੇ ਹੀ ਉਹ ਬੈਠੇ, ਕਿ ਇਹ ਇੱਕ ਇਨਡਾਇਰੈਕਟਲੀ ਸਾਈਕੋਲੋਜੀਕਲ ਜਿੱਤ ਸੀ ਉਹਨਾਂ ਦੀ। ਕਿ ਭਾਸ਼ਾ ਦੀ ਮਰਿਆਦਾ ਤਾਂ ਉਦੋਂ ਵੀ ਨਹੀਂ ਰਹੀ ਜਦੋਂ ਸਿੱਧੂ ਸਾਹਿਬ ਤੁਹਾਡੇ ਅਗੇਂਸਟ ਬੋਲਦੇ ਸੀ, ਤੁਸੀਂ ਉਹਨਾਂ ਦੇ ਅਗੇਂਸਟ ਬੋਲਦੇ ਸੀ। ਕੋਈ ਇਹੋ ਜਿਹਾ ਇੱਕ ਵੀ ਮੌਕਾ ਨਹੀਂ ਹੈ ਜਦੋਂ ਸਿੱਧੂ ਸਾਹਿਬ ਮੇਰੇ ਅਗੇਂਸਟ ਬੋਲੇ ਹੋਣ, ਤੇ ਇਹੋ ਜਿਹਾ ਇੱਕ ਵੀ ਮੌਕਾ ਤੁਹਾਨੂੰ ਨਹੀਂ ਮਿਲੇਗਾ। ਤੁਸੀਂ ਪਿਛਲਾ ਰਿਕਾਰਡ ਕੱਢ ਕੇ ਦੇਖ ਲਓ, ਮੈਂ ਉਹਨਾਂ ਦੇ ਉਲਟ ਬੋਲਿਆ ਹੋਵਾਂਗਾ। ਸਾਡਾ ਡਿਫਰੈਂਸ ਆਫ ਓਪੀਨੀਅਨ ਹੋ ਸਕਦਾ, ਕੰਮ ਕਰਨ ਦੇ ਤਰੀਕਿਆਂ ਦੇ ਵਿੱਚ ਫਰਕ ਹੋ ਸਕਦਾ ਆ, ਉਹ ਜ਼ਰੂਰ ਅਸੀਂ ਇੱਕ ਦੂਸਰੇ ਨੂੰ ਹਮੇਸ਼ਾ ਐਕਨੋਲੇਜ ਕਰਦੇ ਨੇ, ਪਰ ਇਹੋ ਜਿਹਾ ਕੋਈ ਮੌਕਾ ਨਹੀਂ ਆਇਆ। ਜਿੱਥੋਂ ਤਾਈਂ ਤੁਸੀਂ ਸਾਈਕੋਲੋਜੀਕਲ ਜਿੱਤ ਦੀ ਗੱਲ ਕਹੀ, ਇਹੋ ਜਿਹੀ ਕੋਈ ਜਿੱਤ ਜਾਂ ਹਾਰ ਵਾਲੀ ਗੱਲ ਨਹੀਂ ਸੀਗੀ। ਉਹ ਅੱਜ ਪਹਿਲਾਂ ਵੀ ਰਿਸਪੈਕਟਡ ਸੀਗੇ, ਅੱਜ ਵੀ ਰਿਸਪੈਕਟਡ ਨੇ। ਮੈਂ ਨਾ ਉਦੋਂ ਉਹਨਾਂ ਨੂੰ ਕਿਹਾ, ਉਹਨਾਂ ਦੀ ਵਰਕਿੰਗ, ਉਹਨਾਂ ਨੇ ਲੋਕਲ ਗਵਰਨਮੈਂਟ ਡਿਪਾਰਟਮੈਂਟ ਜਿੱਦਾਂ ਉਹਨਾਂ ਨੇ ਚਾਹਿਆ ਉਹਨਾਂ ਨੇ ਚਲਾਇਆ, ਪਰ ਹਾਂ ਸਾਨੂੰ ਮਹਿਸੂਸ ਹੋਇਆ ਵੀ ਉਹਨਾਂ ਦੇ ਚਲਾਉਣ ਦੇ ਤਰੀਕੇ ਨਾਲ ਡਿਵੈਲਪਮੈਂਟ ਇੱਕਦਮ ਰੁਕ ਗਈ।
ਤਾਂ ਅਸੀਂ ਆਪਣਾ ਓਪੀਨੀਅਨ ਦੱਸਣ ਦੀ ਕੋਸ਼ਿਸ਼ ਕੀਤੀ ਤੇ ਹੁਣ ਤਰੀਕਾ ਠੀਕ ਨਹੀਂ ਸੀ ਤੁਹਾਨੂੰ ਲੱਗਦਾ? ਹਾਂ ਬਿਲਕੁਲ ਐ ਇੱਕੋ ਦਮ ਸਸਪੈਂਸ਼ਨਾਂ, ਕੰਮ ਰੋਕਣੇ ਸ਼ੁਰੂ ਕਰ ਦਿੱਤੇ, ਸਿੰਗਲ ਟੈਂਡਰ ਰੋਕ ਦੋ, ਇਹ ਕਰ ਦੋ। ਹਰੇਕ ਕੰਮ ਦਾ ਤਰੀਕਾ ਹੁੰਦਾ ਆ। ਅਗਰ ਤੁਸੀਂ ਸਭ ਕੁਝ ਹੀ ਰੋਕ ਦਿਓਗੇ ਤਾਂ ਫਿਰ ਕਿਸ ਤਰੀਕੇ ਡਿਵੈਲਪਮੈਂਟ ਹੋਏਗੀ, ਕਿਸ ਤਰੀਕੇ ਚੱਲਣਗੇ? ਉਹ ਸਿਰਫ ਇਹੋ ਜਿਹੇ ਇਸ਼ੂਜ਼ ਸੀਗੇ, ਹੋਰ ਕਦੀ ਉਹਨਾਂ ਦਾ ਇਸ਼ੂ, ਉਹਨਾਂ ਦੇ ਕੰਮ ਕਰਨ ਦਾ ਤਰੀਕਾ ਰਿਹਾ ਬੜਾ ਤਰੀਕੇ ਨਾਲ ਉਹਨਾਂ ਨੇ ਮਹਿਕਮਾ ਚਲਾਇਆ। ਹੁਣ ਜਿਹੜੇ ਮੰਤਰੀ ਨੇ, ਸੀਨੀਅਰ ਮੋਸਟ ਮੰਤਰੀ ਨੇ, ਹੁਣ ਵਧੀਆ ਤਰੀਕੇ ਨਾਲ ਚਲਾ ਰਹੇ ਨੇ। ਅੱਜ ਡਿਵੈਲਪਮੈਂਟ ਦੇ ਕੰਮ ਸਭ ਜਗ੍ਹਾ ਸ਼ੁਰੂ ਹੋ ਰਹੇ ਨੇ ਔਰ ਤੁਸੀਂ ਦੇਖਿਆ ਵੀ ਹੈ ਲੁਧਿਆਣੇ ਦੇ ਅੰਦਰ ਵੀ ਡਿਵੈਲਪਮੈਂਟ ਦੇ ਕੰਮ ਕਾਫੀ ਚੱਲ ਰਹੇ ਨੇ। ਪਾਰਟੀ 'ਚ ਥਾਂ ਹੈਗੀ ਉਹਨਾਂ ਦੀ ਬਕਾਇਦਾ ਤੌਰ ਤੇ ਹਮੇਸ਼ਾ ਹਰ ਜਗ੍ਹਾ ਜਿਹੜੀ ਵੀ ਕਮੇਟੀ ਬਣਦੀ ਹੈ, ਚਾਹੇ ਉਹ ਨੈਸ਼ਨਲ ਲੈਵਲ ਤੇ ਹੋਵੇ, ਉਹਨਾਂ ਦੀ ਜਗ੍ਹਾ ਬਣਦੀ ਹੈ, ਉਹਨਾਂ ਨੂੰ ਦਿੱਤੀ ਜਾਂਦੀ ਹੈ। 22 'ਚ ਕੀ ਦੇਖਦੇ ਹੋ? ਨਵਜੋਤ ਸਿੱਧੂ ਕਾਂਗਰਸ ਦਾ ਵੱਡਾ ਚਿਹਰਾ ਦੇਖਦੇ ਹੋ ਜਾਂ ਕੈਪਟਨ ਸਾਹਿਬ ਹੀ ਤੁਹਾਡਾ ਚਿਹਰਾ ਹੋਣਗੇ? ਅੱਜ ਦੀ ਤਰੀਕ 'ਚ ਤਾਂ ਤੁਸੀਂ ਸਾਰੇ ਪੰਜਾਬ 'ਚ ਦੇਖ ਲਓ, ਸਾਰੀਆਂ ਪਾਰਟੀਆਂ ਨੂੰ ਰਲਾ ਕੇ ਦੇਖ ਲਓ, ਕੈਪਟਨ ਅਮਰਿੰਦਰ ਤੋਂ ਵੱਡਾ ਚਿਹਰਾ ਹੀ ਨਹੀਂ ਹੈ ਕੋਈ। ਆਉਣ ਵਾਲੇ ਟਾਈਮ 'ਚ ਹਰੇਕ ਦਾ ਮੌਕਾ ਹੈ ਔਰ ਇਸ ਸੀਐਮ ਸਾਹਿਬ ਦੇ ਥੱਲੇ ਹਰੇਕ ਨੂੰ ਮੌਕਾ ਮਿਲਦਾ ਹੈ ਆਪਣੇ ਆਪ ਨੂੰ ਵੱਡਿਆਂ ਕਰਨ ਦਾ। ਸਾਨੂੰ ਵੀ ਮਿਲਿਆ, ਬਾਕੀਆਂ ਨੂੰ ਵੀ ਮਿਲੇਗਾ। ਕੱਲ ਨੂੰ ਇਹ ਖੁਸ਼ ਹੋਣਗੇ ਰਾਦਰ ਸਾਡੇ ਕੈਪਟਨ ਸਾਹਿਬ ਜੇ ਕਿਸੇ ਦਾ ਕੱਦ ਵੱਡਾ ਹੁੰਦਾ ਹੈ। ਤੁਹਾਡੇ ਤੋਂ ਜਿਹੜੇ ਪੁਰਾਣੇ ਵਿਧਾਇਕ ਲੁਧਿਆਣੇ 'ਚ ਸੀਗੇ ਉਹ ਨਹੀਂ ਮਹਿਸੂਸ ਕਰਦੇ? ਉਹ ਕਹਿੰਦੇ ਸਾਨੂੰ ਤਾਂ ਮੌਕਾ ਨਹੀਂ ਮਿਲਿਆ। ਕਿਸੇ ਵੀ ਤਰੀਕੇ ਸਮਝਿਆ ਜਾਣਾ ਚਾਹੀਦਾ। ਅਗਰ ਉਹ ਸਮਝਦੇ ਆ ਵੀ ਮੌਕਾ ਮਿਨਿਸਟਰ ਬਣਨ ਤੇ ਹੀ ਮਿਲਦਾ ਹੈ ਤਾਂ ਉਹਨਾਂ ਦੀ ਸੋਚ ਦੇ ਮੁਤਾਬਕ ਹੈ, ਪਰ ਮੌਕਾ ਲੋਕਾਂ ਨੇ ਦੇ ਦਿੱਤਾ ਤੁਹਾਨੂੰ ਕੰਮ ਕਰਨ ਦਾ। ਪਰਫਾਰਮ ਤੁਸੀਂ ਕਰਨਾ ਹੈ, ਕਿਸ ਲੈਵਲ ਦਾ ਤੁਹਾਡੇ ਕੋਲ ਮੌਕਾ ਹੈਗਾ ਉਸ ਲੈਵਲ ਤੇ ਪਰਫਾਰਮ ਕਰਨਾ। ਔਰ ਸਾਡੇ ਸਾਰੇ ਹੀ ਐਮਐਲਏ ਬਹੁਤ ਅੱਛਾ ਕੋਸ਼ਿਸ਼ ਕਰ ਰਹੇ ਆ ਪਰਫਾਰਮ ਕਰਨ ਦੀ। ਹਰੇਕ ਦੀ ਇੱਛਾ ਹੁੰਦੀ ਹੈ ਮੰਤਰੀ ਬਣਨਾ, ਮੁੱਖ ਮੰਤਰੀ ਬਣਨਾ, ਅੱਗੇ ਐਮਪੀ ਬਣਨਾ, ਉੱਪਰ ਸੈਂਟਰ 'ਚ ਵਜ਼ੀਰ ਬਣਨਾ। ਇਹ ਸਾਰਿਆਂ ਦਾ ਹੈ, ਹਰੇਕ ਦਾ ਮਨ 'ਚ ਤਰੱਕੀ ਕਰਨਾ ਕੋਈ ਸੋਚ ਰੱਖਣੀ ਮਾੜੀ ਗੱਲ ਨਹੀਂ ਹੈ ਜੇ ਉਹਨਾਂ ਨੇ ਵੀ ਰੱਖੀ ਹੋਈ ਹੈ। ਪਰ ਅੱਜ ਜਦੋਂ ਲੋਕਾਂ ਦੀ ਜਿੱਥੇ ਤਾਈਂ ਉਮੀਦ ਹੈ ਉੱਥੇ ਕੋਸ਼ਿਸ਼ ਕਰ ਰਿਹਾ ਹਰ ਬੰਦਾ ਅੱਛਾ ਪਰਫਾਰਮ ਕਰਨ ਦੀ। ਤੁਹਾਡੇ ਦਿਲ 'ਚ ਸਤਿਕਾਰ ਹੈਗਾ ਡਾਵਰ ਸਾਹਿਬ ਵਾਸਤੇ, ਪਾਂਡੇ ਸਾਹਿਬ ਵਾਸਤੇ? ਮੈਂ ਤਾਂ ਉਹਨਾਂ ਤੋਂ ਕੰਮ ਸਿੱਖਿਆ ਜੀ। ਪਾਂਡੇ ਸਾਹਿਬ ਉਹਨਾਂ ਦੇ ਬਜ਼ੁਰਗ ਹੁੰਦੇ ਸਨ, ਮੇਰੇ ਫਾਦਰ ਸਾਹਿਬ ਤਾਂ ਉਹਨਾਂ ਦੇ ਨਾਲ ਵਰਕਰ ਰਹੇ ਹੈ। ਸੋ ਅਸੀਂ ਤਾਂ ਪੀੜ੍ਹੀਆਂ ਦਾ ਉਹਨਾਂ ਦੇ ਨਾਲ ਚੱਲਦੇ ਰਹੇ, ਕਾਂਗਰਸ ਪਾਰਟੀ ਦੀ ਮਦਦ ਕਰਦੇ ਰਹੇ, ਅਸੀਂ ਕਾਉਂਸਲਰ ਰਹੇ, ਇਹ ਲੋਕ ਮੰਤਰੀ ਸੀਗੇ, ਸਾਰੇ ਸੀਗੇ, ਸਾਡੀ ਮਦਦ ਕਰਦੇ ਰਹੇ, ਸਾਨੂੰ ਪ੍ਰਮੋਟ ਕਰਦੇ ਰਹੇ। ਤੇ ਕੋਈ ਆਪਣੇ ਜਿਹੜੇ ਬੂਟੇ ਹੱਥ ਨਾਲ ਲਾਏ ਹੋਣ ਉਹਦਾ ਨੁਕਸਾਨ ਨਹੀਂ ਕਰਦਾ ਤੇ ਅਸੀਂ ਉਹਨਾਂ ਦੇ ਹੱਥ ਦੇ ਬੂਟੇ ਲੱਗੇ ਹੋਏ ਹਾਂ। ਆਖਰੀ ਸਵਾਲ ਹੈ ਮੇਰਾ, ਤੁਸੀਂ 3.5 ਸਾਲ ਆਲਮੋਸਟ ਹੋ ਗਏ ਮੰਤਰੀ ਬਣਿਆ। ਹਰ ਮੰਤਰੀ ਜਾਂ ਵਿਧਾਇਕ ਆਪਦੇ ਸ਼ਹਿਰ ਵਾਸਤੇ ਕੁਛ ਨਾ ਕੁਛ ਜ਼ਰੂਰ ਕਰਦਾ। ਕੋਈ ਇਹੋ ਜਿਹੀ ਮਾਣ ਵਾਲੀ ਗੱਲ ਤੁਹਾਨੂੰ ਲੱਗਦਾ ਜਿਹੜੀ ਤੁਸੀਂ ਲੁਧਿਆਣੇ ਨੂੰ ਕੰਟਰੀਬਿਊਟ ਕੀਤੀ ਹੋਵੇ? ਮੇਰਾ ਵੀ ਪਬਲਿਕ ਲਾਈਫ 23-24 ਸਾਲ ਦਾ ਹੋ ਗਿਆ ਜਦੋਂ ਮੈਂ ਕਾਉਂਸਲਰ ਬਣਿਆ ਤੇ ਹੁਣ ਐਮਐਲਏ ਤੇ ਵਜ਼ੀਰ ਤਾਈਂ ਪਹੁੰਚਿਆ। ਲੁਧਿਆਣਾ ਹਮੇਸ਼ਾ ਨੈਗਲੈਕਟਡ ਰਿਹਾ। ਲੁਧਿਆਣੇ 'ਚ ਕੋਈ ਪ੍ਰੋਜੈਕਟ ਨਹੀਂ ਆਏ। ਲੁਧਿਆਣੇ 'ਚ ਸਿਰਫ ਉਹੀ ਸੜਕਾਂ, ਸੀਵਰ, ਨਾਲੀਆਂ, ਲਾਈਟ ਦਾ ਇੱਥੋਂ ਤੱਕ ਸੀਮਤ ਰਿਹਾ। ਅੱਜ ਜੇ ਤੁਸੀਂ ਦੇਖੋ, ਮੈਨੂੰ ਮਾਣ ਨਾਲ ਕਹਿਣਾ ਪੈ ਰਿਹਾ ਸਾਡੇ ਸਾਰੇ ਐਮਐਲਏਆਂ ਦੀ ਮਿਹਨਤ ਉਹਦੇ 'ਚ ਇਨਵੋਲਵ ਹੈ, ਸਾਡੇ ਐਮਪੀ ਸਾਹਿਬ ਦੀ ਮਿਹਨਤ ਉਹਦੇ 'ਚ ਇਨਵੋਲਵ ਆ। ਅਸੀਂ ਸਾਰੇ ਇੱਕ ਤਰ੍ਹਾਂ ਦੀ ਟੀਮ ਵਰਕ ਆ ਇੱਥੇ ਜਿਹੜੇ ਰਿਜ਼ਲਟ ਦੇ ਰਹੀ ਹੈ। ਲੁਧਿਆਣੇ ਸ਼ਹਿਰ 'ਚ 50, 60, 70 ਸਾਲ ਤੋਂ ਸਿਰਫ 2 ਹੀ ਗਵਰਨਮੈਂਟ ਕਾਲਜ ਸੀਗੇ, ਅੱਜ ਤੀਜਾ ਕਾਲਜ ਉਹਦਾ ਇਸ ਸੈਸ਼ਨ ਤੋਂ ਪੜ੍ਹਾਈ ਵੀ ਚਾਲੂ ਹੋ ਗਈ, ਉਹ ਪੂਰਾ ਕੰਪਲੀਟ ਹੋਣ ਜਾ ਰਿਹਾ। ਸੰਜੇ ਤਲਵਾੜ ਜੀ ਦੇ ਏਰੀਏ ਦੇ ਵਿੱਚ ਹੈਗਾ, ਵੱਡੇ ਵੱਡੇ ਪ੍ਰੋਜੈਕਟ ਹੈ ਇੱਥੇ। ਲੇਅਰ ਵੈਲੀ, ਇੱਕ ਲੇਅਰ ਵੈਲੀ ਹੁੰਦੀ ਸੀ, ਤੁਸੀਂ ਦੇਖਿਆ ਹੋਣਾ। BRS ਨਗਰ 'ਚ 2 ਲੇਅਰ ਵੈਲੀਆਂ ਬਣ ਚੁੱਕੀਆਂ, ਇੱਕ ਹੈਬੋਵਾਲ ਬਣਨ ਜਾ ਰਹੀ ਹੈ, ਤੀਸਰੀ BRS ਨਗਰ 'ਚ ਅਸੀਂ ਚੌਥੀ ਹੋਰ ਤਿਆਰ ਕਰਨ ਜਾ ਰਹੇ ਹਾਂ। ਵਾਟਰ ਫਰੰਟ, ਕਿਉਂਕਿ ਇੱਕ ਇਸ਼ੂ ਬਣ ਗਿਆ ਸੀਗਾ ਵੀ ਬੁੱਢੇ ਨਾਲੇ ਵਾਂਗੂ ਕਿਤੇ ਸਿੱਧਵਾਂ ਕਨਾਲ ਦਾ ਹਾਲ ਵੀ ਉਹੀ ਨਾ ਹੋ ਜਾਏ, ਇਹਨੂੰ ਸੰਭਾਲੋ। ਉਹ ਇਸ਼ੂ ਨੂੰ ਲੈ ਕੇ ਸਿੱਧਵਾਂ ਵਾਟਰ ਫਰੰਟ ਕਿੰਨਾ ਖੂਬਸੂਰਤ ਸ਼ੁਰੂ ਹੋ ਰਿਹਾ, ਲੋਕ ਉਹਨੂੰ ਸੰਭਾਲ ਰਹੇ ਆ। ਸਾਰੀਆਂ ਜਿੰਨੀਆਂ ਹਿਸਟੋਰਿਕ ਧਰੋਹਰਾਂ ਸੀਗੀਆਂ, ਲੁਧਿਆਣਾ ਉਹਨਾਂ ਦੇ ਨਾਮ ਤੇ ਜਾਣਿਆ ਹੀ ਨਹੀਂ ਸੀ ਜਾਣ ਲੱਗ ਗਿਆ, ਇੱਕ ਸਿਰਫ ਇੰਡਸਟਰੀਅਲ ਸ਼ਹਿਰ ਹੋ ਕੇ ਰਹਿ ਗਿਆ ਸੀ। ਅੱਜ ਤੁਸੀਂ ਦੇਖੋ ਕਿਸ ਤਰੀਕੇ ਉਹਨੂੰ ਸੋਹਣਾ ਬਣਾਇਆ ਜਾ ਰਿਹਾ, ਘੰਟਾ ਘਰ ਨੂੰ ਤੇ ਹੋਰ ਜਿਹੜੀਆਂ ਹਿਸਟੋਰਿਕ ਇਮਾਰਤਾਂ ਆ ਉਹਨੂੰ ਲਿੱਤਾ ਜਾ ਰਿਹਾ। ਬੁੱਢਾ ਨਾਲਾ ਜਿਹੜਾ ਨਸੂਰ ਬਣ ਚੁੱਕਿਆ ਲੁਧਿਆਣਾ, ਉਹਦੇ ਤੇ ਇੰਨੀ ਤੇਜ਼ੀ ਨਾਲ ਕੰਮ ਚੱਲ ਰਿਹਾ। ਸਤਿਗੁਰੂ ਜੀ ਨਾਮਧਾਰੀ ਸੈਕਟ ਦੇ ਉਹ ਚੇਅਰ ਕਰਦੇ ਆ ਮੀਟਿੰਗਸ ਨੂੰ, ਤੇ ਸਾਰਿਆਂ ਦੇ ਵਿੱਚ 650 ਕਰੋੜ ਦਾ ਗਵਰਨਮੈਂਟ ਨੇ ਅਨਾਉਂਸ ਵੀ ਕਰਤਾ, ਟੈਂਡਰ ਲੱਗਿਆ ਹੋਇਆ ਇਹਨੂੰ ਬੁੱਢੇ ਨਾਲੇ ਨੂੰ ਸਾਫ਼ ਕਰਨ ਨੂੰ। ਤੇ ਸਾਡੇ ਸਾਰੇ STPs
ਜਿਹੜੇ CTPs ਤੇ ETPs ਨਾਲ ਲੱਗਣੇ ਨੇ ਉਹਨਾਂ ਨੂੰ ਅਪਗ੍ਰੇਡ ਕਰਨ ਵਾਸਤੇ ਜਿੰਨੀ ਹੋਰ ਪੈਸਾ ਪੰਪ ਇਨ ਕਰਨਾ ਚਾਹੀਦਾ ਉਹ ਉਧਰਲੇ ਪਾਸੇ ਵੀ ਚੱਲੇ ਹੋਏ ਆ। ਕਾਰਕਸ ਪਲਾਂਟ ਬਣ ਰਿਹਾ ਹੈ, ਕੰਸਟਰਕਸ਼ਨ ਵੇਸਟ ਦਾ ਸਾਡਾ CND ਪਲਾਂਟ ਉਹ ਬਣ ਰਿਹਾ ਹੈ। ਜਿੰਨੀਆਂ ਸਪੋਰਟਸ ਦੀਆਂ ਫੈਸਿਲਿਟੀਆਂ ਸੀਗੀਆਂ ਸਾਰੀਆਂ ਹੀ ਇਗਨੋਰਡ ਪਈਆਂ ਸੀਗੀਆਂ। ਆਲ ਵੈਦਰ ਪੂਲ ਪਿਛਲੇ 20 ਸਾਲ ਤੋਂ ਬੰਦ ਪਿਆ। ਆਲ ਵੈਦਰ ਪੂਲ ਦਾ ਟੈਂਡਰ ਲੱਗ ਗਿਆ, ਉਹ ਅਗਲੇ 3 ਮਹੀਨੇ 'ਚ ਅਸੀਂ ਤਿਆਰ ਕਰ ਦੇਣਾ। ਜਿਹੜਾ ਟਰੈਕ ਸੀਗਾ ਉਹ ਤੁਸੀਂ ਆਪ ਕਿਤੇ ਕਿਤੇ ਖਬਰ ਵੀ ਮੈਂ ਦੇਖਣ ਨੂੰ ਮਿਲੀ ਵੀ ਉਹ ਫੁੱਲਿਆ ਪਿਆ ਜੀ, ਕਿਸੇ ਨੇ ਕੇਅਰ ਨਹੀਂ ਕੀਤੀ, ਖਰਾਬ ਹੋਇਆ ਪਿਆ। 8.5 ਕਰੋੜ ਦਾ MOU ਸਾਈਨ ਹੋ ਗਿਆ, ਉਹ ਸਾਰਾ ਰਿਪਲੇਸ ਹੋ ਰਿਹਾ ਔਰ ਉਹਨੂੰ ਥੱਲੋਂ ਬੇਸ ਨਵਾਂ ਬਣਾ ਕੇ ਇੰਟਰਨੈਸ਼ਨਲ ਸਟੈਂਡਰਡ ਦਾ ਉਹ ਕਰ ਰਹੇ ਆ। ਜਿਹੜਾ ਸਾਡੇ ਬੈਡਮਿੰਟਨ ਦੀ, ਬਾਸਕਟਬਾਲ ਦੀ ਉਹ ਫੈਸਿਲਿਟੀ ਅਪਗ੍ਰੇਡ ਹੋ ਰਹੀਆਂ। ਨਾਲ ਸਭ ਤੋਂ ਵੱਡੀ ਗੱਲ 30 ਏਕੜ ਦੇ ਵਿੱਚ ਜੈਨਪੁਰ ਜਿਹੜਾ ਡੰਪ ਹੁੰਦਾ ਸੀ ਬੰਦ ਹੋ ਚੁੱਕਿਆ, ਉਹਦੇ 'ਚ ਅਸੀਂ ਇੱਕ ਸਪੋਰਟਸ ਪਾਰਕ ਅਨਾਉਂਸ ਕੀਤਾ ਹੋਇਆ ਜਿਹੜਾ ਹਲੇ ਬੜੀ ਪ੍ਰੀਲਿਮਿਨਰੀ ਸਟੇਜ ਤੇ ਹੈ। ਉਹ ਕੋਸ਼ਿਸ਼ ਹੈ ਸਾਡੀ ਅਗਲੇ 6 ਮਹੀਨੇ 'ਚ ਅਸੀਂ ਉੱਥੇ ਵੀ ਕੰਮ ਸ਼ੁਰੂ ਕਰ ਦਈਏ। ROB RUB ਜਦੋਂ ਸਿਟੀ ਸੈਂਟਰ ਅੱਜ ਤੋਂ 20 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਉਦੋਂ ਅਨਾਉਂਸ ਕੀਤਾ ਗਿਆ ਸੀਗਾ ਵੀ ਇੱਥੇ ਫਾਟਕ ਬੰਦ ਹੋ ਜਾਂਦੇ ਆ ਤੇ ਉਧਰਲਾ ਸ਼ਹਿਰ ਇਹਦੇ ਨਾਲੋਂ ਕੱਟਿਆ ਜਾਂਦਾ ਆ। ਉਹ ROB RUB 125 ਕਰੋੜ ਦੇ ਹਿਸਾਬ ਨਾਲ ਉਹ ਸ਼ੁਰੂ ਹੋ ਚੁੱਕਿਆ ਹੈ। ਮਲਹਾਰ ਰੋਡ ਸਮਾਰਟ ਰੋਡ ਬਣ ਰਹੀ ਹੈ। ਜੇ ਤੁਸੀਂ ਇਹ ਅਜੇ ਖਜ਼ਾਨਾ ਖਾਲੀ ਹੈ ਤੁਹਾਡਾ, ਖਜ਼ਾਨੇ ਖਾਲੀ 'ਚ ਕੁਝ ਬਣਾ ਰਹੇ ਹੋ ਤੁਸੀਂ। ਖਜ਼ਾਨਾ ਜੇ ਤੁਹਾਡਾ ਭਰ ਦਈਏ ਤਾਂ ਫਿਰ ਤੁਸੀਂ ਬਹੁਤ ਕੁਝ ਦੇ ਦਿਓਗੇ। ਜੇ ਇਹ ਕਾਬਲੀਅਤ ਹੈ ਇਸ ਸਰਕਾਰ ਦੀ, ਇੱਥੇ ਦੀ ਐਡਮਿਨਿਸਟ੍ਰੇਸ਼ਨ ਦੀ, ਸਾਰਿਆਂ ਦੀ ਵੀ ਇਹਨਾਂ ਜਿਹੜੇ ਵਸੀਲਿਆਂ ਦੇ ਵਿੱਚੋਂ ਕਿਸ ਤਰੀਕੇ ਕੰਮ ਲੈਣਾ ਹੈ। ਇਹਦੇ ਵਿੱਚ ਸਮਾਰਟ ਸਿਟੀ ਦੇ ਫੰਡਸ ਵੀ ਨੇ, ਅਮਰੁਤ ਦੇ ਫੰਡਸ ਵੀ, ਸਾਰਿਆਂ ਨੂੰ ਕਿਸ ਤਰੀਕੇ ਇਕੱਠਿਆਂ ਕਰਕੇ ਇਹਨੂੰ ਵਰਤਣਾ ਹੈ। ਲੁਧਿਆਣੇ ਸ਼ਹਿਰ ਦੀ ਬੜੀ ਇੰਡਸਟਰੀਲਿਸਟਾਂ ਦੀ ਜ਼ਰੂਰਤ ਸੀਗੀ ਇੰਟਰਨੈਸ਼ਨਲ 에ਅਰਪੋਰਟ, ਜਿਹੜਾ ਬਿਲਕੁਲ ਹੁਣ ਤਕਰੀਬਨ ਤਿਆਰ ਹੈ, ਸ਼ੁਰੂਆਤ ਹੋਣ ਜਾ ਰਹੀ ਹੈ ਉਹਦੀ। ਇਹ ਵੀ ਲੁਧਿਆਣਾ ਵਾਸੀਆਂ ਨੂੰ ਮੁਬਾਰਕ ਹੈ ਤੇ ਮੈਂ ਸੈਟੀਸਫੈਕਸ਼ਨ ਇਸ ਗੱਲ ਦੀ ਹੈ ਵੀ ਇੱਥੇ ਦੇ ਜਿੰਨੇ ਨੁਮਾਇੰਦੇ ਲੋਕਾਂ ਨੇ ਭੇਜੇ ਉਹ ਉਹਨਾਂ ਦੀ ਸਹੂਲੀਅਤ ਵਾਸਤੇ ਕੰਮ ਕਰ ਰਹੇ ਹੈ। ਬਾਕੀ ਪੋਲੀਟੀਕਲ ਗੱਲਾਂ ਆ ਉਹ ਉਹਨਾਂ ਕੁਝ ਬੰਦਿਆਂ ਦਾ ਇੰਟਰਸਟ ਹੈ। ਲੁਧਿਆਣੇ ਵਾਸੀਆਂ ਦਾ ਬਾਏ ਐਂਡ ਲਾਰਜ ਇੰਟਰਸਟ ਨਹੀਂ ਹੁੰਦਾ, ਉਹਨਾਂ ਨੂੰ ਹੁੰਦਾ ਪਰਫਾਰਮੈਂਸ ਕਿੱਦਾਂ ਦੀ ਆ ਰਹੀ ਹੈ, ਕੌਣ ਮੰਤਰੀ ਬਣ ਗਿਆ, ਕੌਣ ਨਹੀਂ ਬਣਿਆ, ਕੋਈ ਕੀ ਸੋਚ ਰਿਹਾ ਹੈ, ਕੋਈ ਕਿਹਦੇ ਬਾਰੇ ਕੀ ਬੋਲ ਰਿਹਾ ਹੈ। ਇਹ ਚੰਦ ਜਿਹੜੇ ਪੋਲੀਟੀਕਲ ਮਾਈਂਡ ਰੱਖਣ ਵਾਲੇ ਬੰਦੇ ਆ ਉਹਨਾਂ ਦੀ ਸ਼ੌਕ ਹੁੰਦਾ ਹੈ। ਉਹ ਚਲੋ ਤੁਸੀਂ ਸਾਨੂੰ ਪੁੱਛ ਲਿਆ, ਅਸੀਂ ਉਹਦੇ ਜਵਾਬ ਦੇ ਦਿੱਤੇ, ਪਰ ਬਾਏ ਐਂਡ ਲਾਰਜ ਸਰਕਾਰ ਦਾ ਇੰਪੈਕਟ ਕੀ ਹੈ, ਸਰਕਾਰ ਇਸ ਸ਼ਹਿਰ ਵਾਸਤੇ ਕੀ ਕਰਨਾ ਚਾਹ ਰਹੀ ਹੈ ਤੇ ਕੀ ਹੋ ਰਿਹਾ ਹੈ। ਤੁਸੀਂ ਅੱਜ ਮੌਕਾ ਦਿੱਤਾ ਤੇ ਮੈਨੂੰ ਦੱਸਣ ਦਾ ਮੌਕਾ ਮਿਲਿਆ ਲੋਕਾਂ ਨੂੰ। ਬਹੁਤ ਕੁਝ ਹੋ ਰਿਹਾ, ਬਹੁਤ ਕੁਝ ਕਰਨਾ ਬਾਕੀ ਹੈ। ਕੁਝ ਕਰੋਨਾ ਕਰਕੇ ਸਾਡੇ ਪ੍ਰੋਜੈਕਟ ਲੇਟ ਵੀ ਹੋਏ ਨੇ, ਜਿਵੇਂ ਲੋਕਾਂ ਦੀ ਬਹੁਤ ਵੱਡੀ ਇੱਕ ਡਿਮਾਂਡ ਰਹਿੰਦੀ ਹੈ ਵੀ ਜਗਰਾਉਂ ਬ੍ਰਿਜ ਨਹੀਂ ਪੂਰਾ ਹੋ ਰਿਹਾ, 4 ਸਾਲ ਹੋ ਗਏ, ਪਰ ਸਾਡੀ ਉਹਦੀ ਤਾਂ ਬਰਸੀ ਮਨਾਈ ਹੈ ਜੀ ਲੋਕਾਂ ਨੇ ਹੁਣ ਵੀ। ਇਹ ਤਾਂ ਇਹਦੀ ਆਏ ਸਾਲ ਬਰਸੀ ਮਨਾਉਣੀ ਪਿਆ ਕਰੂਗੀ, ਇਹ ਪੂਰਾ ਹੀ ਨਹੀਂ ਹੁੰਦਾ। ਇਹ ਅਗਲੇ ਮਹੀਨੇ ਪੂਰਾ ਹੋ ਕੇ ਲੋਕਾਂ ਵਾਸਤੇ ਖੋਲਿਆ ਜਾ ਰਿਹਾ। ਇਹ ਠੀਕ ਹੈ, ਚੀਜ਼ਾਂ ਸਾਡੇ ਵੱਲੋਂ ਜਿਹੜੀਆਂ ਗਲਤੀਆਂ ਨੇ ਜਾਂ ਡਿਲੇਜ਼ ਨੇ ਉਹ ਹਾਈਲਾਈਟ ਕਰਨੇ ਚਾਹੀਦੇ ਆ। ਅਸੀਂ ਵੀ ਦੱਸਾਂਗੇ ਵੀ ਇਹਦੇ ਵਿੱਚ ਸਟੇਟ ਗਵਰਨਮੈਂਟ ਦਾ ਕਿੰਨਾ ਕਸੂਰ ਰਿਹਾ ਜਾਂ ਰੇਲਵੇ ਦਾ ਪਾਰਟ ਕਿੰਨਾ ਸੀਗਾ ਜਿਸ ਕਰਕੇ ਇਹਦੇ ਚ ਡਿਲੇਜ਼ ਹੋਏ ਨੇ। ਪਰ ਇਸ ਵੇਲੇ ਜੇ ਲੋਕਲ ਲੈਵਲ ਤੇ ਲੋਕਲ ਸਾਡੇ ਕਾਰਪੋਰੇਸ਼ਨ ਦੇ ਅਫਸਰਾਂ ਕਰਕੇ ਕੁਝ ਡਿਲੇ ਆ ਜਾਂ ਕੰਟਰੈਕਟਰ ਕਰਕੇ ਡਿਲੇ ਆ ਤਾਂ ਬਖਸ਼ਿਆ ਉਹ ਵੀ ਨਹੀਂ ਜਾਣਾ। ਕਿਸੇ ਵੀ ਪ੍ਰੋਜੈਕਟ ਤੇ ਕੁਝ ਡਿਲੇ ਜਾਂ ਉਹਦਾ ਡਿਲੇ ਹੋਣ ਕਰਕੇ ਕਾਸਟ ਤੇ ਫਰਕ ਪੈਂਦਾ ਆ ਤਾਂ ਇਹ ਜ਼ਰੂਰ ਉਹਨਾਂ ਅਫਸਰਾਂ ਤੇ ਉਸ ਕੰਟਰੈਕਟਰ ਤੇ ਜ਼ਰੂਰ ਉਹਦਾ ਅਸਰ ਪਏਗਾ। ਇਹ ਆਉਣ ਵਾਲੇ ਟਾਈਮ 'ਚ ਤੁਸੀਂ ਇਹ ਵੀ ਦੇਖੋਗੇ ਜੋ ਕੰਮ ਕਰਨ ਦੇ ਤਰੀਕੇ ਸੀਗੇ ਉਹ ਬਦਲੇ ਜਾ ਰਹੇ ਆ। ਲੋਕਾਂ ਨੂੰ ਵੱਧ ਤੋਂ ਵੱਧ ਕਿਸ ਤਰੀਕੇ ਸਹੂਲੀਅਤ ਮਿਲੇ ਅਸੀਂ ਉਹ ਕੋਸ਼ਿਸ਼ ਕਰ ਰਹੇ ਹਾਂ। ਮਤਲਬ ਤੁਸੀਂ ਕਹਿ ਰਹੇ ਹੋ ਸਿੱਧੂ ਸਟਾਈਲ ਨਹੀਂ, ਆਸ਼ੂ ਸਟਾਈਲ ਕੰਮ ਹੋਣਾ ਚਾਹੀਦਾ ਹੈ। ਸਿੱਧੂ ਸਾਹਿਬ ਦਾ ਵੀ ਇਹੀ ਮੰਨਣਾ ਸੀਗਾ ਵੀ ਲੋਕਾਂ ਨੂੰ ਸਹੂਲੀਅਤ ਕਿਵੇਂ ਦੇਣੀ ਹੈ ਤੇ ਅਸੀਂ ਵੀ ਇਹੀ ਸੋਚਦੇ ਹਾਂ, ਕਿਉਂਕਿ ਇਹ ਵੀ ਜਿਹੜੇ ਕੰਮ ਕਰਨ ਵਾਲੇ ਬੰਦੇ ਆਖਰ ਸਾਡੇ ਹੀ ਭਾਈਚਾਰੇ ਚੋਂ, ਇਹਨਾਂ ਤੋਂ ਕੰਮ ਲੈਣ ਦਾ ਤਰੀਕਾ ਹੋਣਾ ਚਾਹੀਦਾ। ਬਸ ਉਹ ਤਰੀਕਾ ਕੰਮ ਜਿਹਦੇ 'ਚ ਖੜੋਤ ਨਾ ਆਵੇ, ਕੰਮ ਚੱਲਦਾ ਰਹੇ ਪਰ ਉਸ ਬੰਦੇ ਨੂੰ ਪੈਨਲਾਈਜ਼ ਹੋਣਾ ਤਰੀਕੇ ਸਿਰਫ ਇੰਨੀ ਕਿ ਛੋਟਾ ਜਿਹਾ ਡਿਫਰੈਂਸ ਹੈ, ਹੋਰ ਕੁਝ ਨਹੀਂ ਹੈ। ਅਦਰਵਾਈਜ਼ ਕੰਮ ਉਹਨਾਂ ਨੇ ਵੀ ਅੱਛਾ ਕਰਿਆ, ਕੰਮ ਅੱਜ ਵੀ ਬ੍ਰਹਮ ਮਹਿੰਦਰਾ ਜੀ ਵੀ ਅੱਛਾ ਕਰ ਰਹੇ ਆ। ਬਾਕੀ ਰਹੀ ਉਹਨਾਂ ਦੀ ਸੋਚ ਕਿੱਦਾਂ ਦੀ ਆ, ਉਹਨਾਂ ਨੇ ਕਿਸ ਕਪੈਸਿਟੀ 'ਚ ਕੰਮ ਕਰਨਾ ਆ ਜਾਂ ਉਹਨਾਂ ਤੋਂ ਕਿਸ ਕਪੈਸਿਟੀ 'ਚ ਕੰਮ ਲੈਣਾ ਹੈ, ਮੇਰਾ ਲੈਵਲ ਨਹੀਂ ਹੈ, ਨਾ ਮੈਂ ਉਹਦੇ ਤੇ ਕਮੈਂਟ ਕਰ ਪਾਊਂਗਾ। ਇਹ ਹਾਈ ਕਮਾਂਡ ਨੇ ਦੇਖਣਾ ਹੈ ਜਾਂ ਸਾਡੇ ਸਟੇਟ ਹਾਈ ਕਮਾਂਡ ਨੇ ਦੇਖਣਾ ਆ, ਇਹ ਉਹਨਾਂ ਦੇ ਲੈਵਲ ਦੀਆਂ ਗੱਲਾਂ ਆ। ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ। ਧੰਨਵਾਦ ਸਾਹਿਬ। ਇਸ ਪੇਸ਼ਕਸ਼ 'ਚ ਇੰਨਾ ਹੀ, ਇਜਾਜ਼ਤ ਦਿਓ। ਧੰਨਵਾਦ।